ਧੰਨ ਵਾਹਿਗੁਰੂ ਸਾਹਿਬ ਜੀ। ਕਾਨੜਾ ਮਹਲਾ ਪੰਜਵਾਂ। ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ, ਰਸਨਾ ਹਰ ਹਰ ਭੋਜਨ ਤ੍ਰਿਪਤਾਨੀ। ਅੱਖੀਆਂ ਕੋ ਸੰਤੋਖ ਪ੍ਰਭ ਦਰਸ਼ਨ, ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ, ਰਸਨਾ ਹਰ ਹਰ ਭੋਜਨ ਤ੍ਰਿਪਤਾਨੀ। ਅੱਖੀਆਂ ਕੋ ਸੰਤੋਖ ਪ੍ਰਭ ਦਰਸ਼ਨ, ਰਹਾਉ ਕਰਨਨ ਪੂਰ ਰਹਿਓ ਜਸ ਪ੍ਰੀਤਮ। ਕਲ ਮਲ ਦੋਖ ਸਗਲ ਮਲ ਹਰ ਸਨ, ਪਾਵਨ ਧਾਵਨ ਸੁਆਮੀ ਸੁਖ ਪੰਥਾ। ਅੰਗ ਸੰਗ ਕਾਇਆ ਸੰਤ ਸਰਸਨ, ਸ਼ਰਨ ਗਹੀ ਪੂਰਨ ਅਬਿਨਾਸੀ। ਆਨ ਉਪਾਵ ਥਕਤ ਨਹੀਂ ਕਰਸਨ, ਕਰ ਗਹਿ ਲੀਏ ਨਾਨਕ ਜਨ ਆਪਣੇ। ਅੰਧ ਘੋਰ ਸਾਗਰ ਨਹੀਂ ਮਰਸਨ, ਸ਼ਰਨ ਗਹੀ ਪੂਰਨ ਅਬਿਨਾਸੀ। ਆਨ ਉਪਾਵ ਥਕਤ ਨਹੀਂ ਕਰਸਨ, ਕਰ ਗਹਿ ਲੀਏ ਨਾਨਕ ਜਨ ਆਪਣੇ। ਅੰਧ ਘੋਰ ਸਾਗਰ ਨਹੀਂ ਮਰਸਨ। ਦੀਨ ਦੁਨੀ ਦੇ ਮਾਲਕ, ਹਲਤ ਪਲਤ ਸਵਾਰ ਦੇਣਹਾਰ ਸਤਿਗੁਰੂ, ਤਿਨਾਂ ਦੀ ਪਾਵਨ ਪਵਿੱਤਰ ਗੋਦ ਅੰਦਰ ਸੱਜ ਕੇ ਅਦਬ ਸਤਕਾਰ ਸਹਿਤ ਸਤਿਗੁਰਾਂ ਦੀ ਮੁਬਾਰਕ ਬਾਣੀ ਹਰੀ ਜਸ ਕੀਰਤਨ ਸ਼ਰਵਣ ਕਰ ਰਹੇ ਅਤੀ ਸਤਿਕਾਰਯੋਗ ਸਤਸੰਗੀਓ, ਆਓ ਚੰਦ ਘੜੀਆਂ ਸਤਿਗੁਰਾਂ ਦੇ ਪਾਵਨ ਸਿਧਾਂਤ ਪਾਵਨ ਬਾਣੀ ਦੀ ਵਿਚਾਰ ਜੋ ਲੜੀਵਾਰ ਗੁਰੂ ਦਰਬਾਰ ਵਿੱਚ ਚੱਲ ਰਹੀ ਹੈ, ਤਿਸ ਨਾਲ ਜੁੜਨ ਦਾ ਯਤਨ ਕਰੀਏ। ਪਿਆਰ ਸਹਿਤ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਅੰਦਰ ਸੀਸ ਝੁਕਾਉਂਦਿਆਂ ਗੁਰੂ ਘਰ ਦੀ ਮਰਿਆਦਾ ਨਿਭਾਈਏ। ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਗੱਲ ਤੋਂ ਅਸੀਂ ਸਾਰੇ ਭਲੀ ਭਾਂਤ ਜਾਣੂ ਹਾਂ। ਕਾਨੜਾ ਰਾਗ ਦੇ ਸ਼ਬਦ ਗੁਰਦੇਵ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਲੜੀਵਾਰ ਵਿਚਾਰ ਵਿੱਚ ਚੱਲ ਰਹੇ ਹਨ। ਅੱਜ ਦਾ ਪਾਵਨ ਸ਼ਬਦ ਗੁਰਦੇਵ ਪਿਤਾ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1303 ਉੱਪਰ ਸੁਭਾਇਮਾਨ ਹੈ। ਅੱਜ ਦੇ ਸ਼ਬਦ ਰਾਹੀਂ ਸਤਿਗੁਰੂ ਜੀ ਬਾਣੀ ਦੇ ਰਸ ਨੂੰ ਮਾਨਣ ਦੀ ਬਾਤ ਅਤੇ ਬਾਣੀ ਦੇ ਰਸ ਨਾਲ ਸਾਂਝ ਬਣਾਉਣ ਤੋਂ ਬਾਅਦ ਸਮਾਜ ਦੇ ਰਸਾਂ ਤੋਂ ਉਪਰਾਮ ਹੋਣ ਦੀ ਗੱਲ ਬੜੇ ਸੋਹਣੇ ਸ਼ਬਦਾਂ ਵਿੱਚ ਕਰਦੇ ਹਨ। ਇੱਕ ਗੱਲ ਚੇਤੇ ਰੱਖੋ, ਇਲਾਜ ਉਦੋਂ ਹੀ ਹੋ ਸਕਦਾ ਹੈ ਜਦੋਂ ਦਵਾਈ ਨਾਲ ਪਰਹੇਜ਼ ਸ਼ੁਰੂ ਹੋਵੇ। ਜਿੰਨਾ ਚਿਰ ਤੱਕ ਪਰਹੇਜ਼ ਨਹੀਂ ਕੀਤਾ ਜਾਏਗਾ ਦਵਾਈ ਕੋਈ ਅਸਰ ਨਹੀਂ ਕਰਦੀ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਸਿਆਣੇ ਬਜ਼ੁਰਗਾਂ ਦਾ ਇਹ ਆਮ ਸਾਡੇ ਘਰਾਂ ਦਾ ਮੁਹਾਵਰਾ ਹੁੰਦਾ ਸੀ ਵੀ ਇਲਾਜ ਤਾਂ ਹੋਏਗਾ ਜੇ ਦਵਾਈ ਨਾਲੋਂ ਪਰਹੇਜ਼ ਦਾ ਜ਼ਿਆਦਾ ਧਿਆਨ ਰੱਖਿਆ ਜਾਏਗਾ। ਸੋ ਦਵਾਈ ਆਪਣੇ ਥਾਂ 'ਤੇ ਅਹਿਮੀਅਤ ਰੱਖਦੀ ਹੁੰਦੀ ਹੈ ਅਤੇ ਪਰਹੇਜ਼ ਉਹਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੁੰਦਾ ਹੈ। ਮਨੁੱਖ ਦਵਾਈ ਖਾਈ ਜਾਏ, ਪਰਹੇਜ਼ ਨਾ ਕਰੇ,
ਫਿਰ ਉਸ ਦਵਾਈ ਦੇ ਅਸਰ ਜਿਹੜੇ ਨੇ ਉਹ ਸਾਡੇ ਜੀਵਨ ਵਿੱਚ ਜਾਂ ਸਾਡੀ ਉਸ ਬਿਮਾਰੀ ਤੋਂ ਨਿਜਾਤ ਪਾਉਣ ਵਿੱਚ ਨਹੀਂ ਨਜ਼ਰ ਆਉਣਗੇ। ਅਸੀਂ ਗੁਰੂ ਚਰਨਾਂ ਵਿੱਚ ਜਦੋਂ ਆਉਂਦੇ ਹਾਂ ਤਾਂ ਇੱਕ ਸ਼ਬਦ ਸਾਡਾ, ਅਸੀਂ ਸਾਰੇ ਹੀ ਗੁਰੂ ਸਾਹਿਬ ਜੀ ਨੂੰ ਵੈਦ ਮੰਨਦੇ ਹਾਂ, ਅਸੀਂ ਆਪਣੇ ਆਪ ਨੂੰ ਰੋਗੀ ਮੰਨਦੇ ਹਾਂ। ਬਾਣੀ 'ਚ ਸ਼ਬਦ ਵੀ ਸਤਿਗੁਰਾਂ ਨੇ ਵਰਤੇ ਹਨ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜੋ ਦਿਸ ਰਿਹਾ ਹੈ ਰੋਗਗ੍ਰਸਤ ਹੈ। ਜੇ ਕਿਸੇ ਵੀ ਚੀਜ਼ ਦਾ ਕੋਈ ਰੋਗ ਨਹੀਂ ਤੇ ਉਹ ਸਤਿਗੁਰੂ ਨੂੰ ਕੋਈ ਰੋਗ ਨਹੀਂ ਹੈ, ਉਹ ਰੋਗ ਰਹਿਤ ਰਹਿੰਦਾ ਸਦਾ ਵਾਸਤੇ, ਕਿਸੇ ਵੀ ਚੀਜ਼ ਦਾ ਉਹਦੇ ਤੇ ਪ੍ਰਭਾਵ ਨਹੀਂ ਪੈਂਦਾ। ਜੋ ਜੋ ਮਨੁੱਖ ਸਤਿਗੁਰੂ ਦੀ ਸ਼ਰਨ ਆਏਗਾ, ਗੁਰੂ ਸਾਹਿਬ ਜੀ ਦੀ ਸ਼ਰਨ ਨੂੰ ਜ਼ਿੰਦਗੀ ਦਾ ਹਿੱਸਾ ਬਣਾਏਗਾ, ਇਹ ਗਰੰਟੀ ਹੈ ਉਹ ਰੋਗ ਰਹਿਤ ਹੋਏਗਾ। ਇਹ ਦਾਅਵਾ ਹੈ ਸਤਿਗੁਰਾਂ ਦੀ ਬਾਣੀ ਦਾ। ਜਿਹੜਾ ਵੈਦ ਰੋਗ ਰਹਿਤ ਹੈ, ਉਹਦੇ ਕੋਲ ਆਉਣ ਵਾਲਾ ਜਿਹੜਾ ਮਰੀਜ਼ ਹੈ ਉਹਨੂੰ ਵੀ ਸਤਿਗੁਰੂ ਜੀ ਰੋਗ ਰਹਿਤ ਕਰ ਦਿੰਦੇ ਹਨ। ਔਰ ਤੁਸੀਂ ਵੇਖੋਗੇ ਇਤਿਹਾਸ ਦੇ ਪੰਨਿਆਂ ਵਿੱਚ, ਤੁਸੀਂ ਇਤਿਹਾਸ ਦੇ ਵਰਕੇ ਫਰੋਲੋਗੇ ਜਦੋਂ, ਤੇ ਸੱਚੀ ਮੁੱਚੀ ਗੁਰੂ ਸਾਹਿਬ ਜੀ ਨੇ ਹਰ ਉਸ ਬਿਮਾਰੀ ਦਾ ਹੱਲ ਕੀਤਾ। ਇਹ ਸ਼ਬਦ ਜ਼ਰੂਰ ਧਿਆਨ 'ਚ ਰੱਖਿਓ। ਜਦੋਂ ਰੋਗ ਰਹਿਤ ਦੀ ਗੱਲ ਆਉਂਦੀ ਹੈ ਤੇ ਅਸੀਂ ਨਾ ਫਟਾਫਟ ਸਾਡਾ ਧਿਆਨ ਦੁਨਿਆਵੀ ਤੌਰ 'ਤੇ ਚਲਾ ਜਾਂਦਾ ਵੀ ਸ਼ਾਇਦ ਬੁਖਾਰ ਨਹੀਂ ਹੋਏਗਾ, ਸ਼ਾਇਦ ਸਿਰ ਦਰਦ ਨਹੀਂ ਹੋਏਗੀ, ਸ਼ਾਇਦ ਹਾਂ ਇਹ ਸਾਰੀਆਂ ਚੀਜ਼ਾਂ 'ਤੇ ਵੀ ਅਸਰ ਪਏਗਾ, ਇਹ ਵੀ ਠੀਕ ਹੋ ਸਕਦਾ ਆ। ਪਰ ਇਹ ਰੋਗ ਇੰਨੇ ਖਤਰਨਾਕ ਨਹੀਂ ਹਨ, ਇੰਨੇ ਪਰੇਸ਼ਾਨ ਨਹੀਂ ਕਰਦੇ। ਇਹ ਰੋਗ ਤਾਂ ਸੌਖੇ ਜਿਹੇ ਹਨ, ਉਹਨਾਂ ਦਾ ਹੱਲ ਵੀ ਸੌਖਾ ਲੱਭਿਆ ਜਾ ਸਕਦਾ। ਅਸਲੀ ਰੋਗ ਹੈ ਜਿਹਨੂੰ ਬਾਣੀ ਨੇ ਰੋਗ ਦੱਸਿਆ, ਉਹ ਰੋਗ ਹੈ ਸਾਡੇ ਮਨ ਨੂੰ ਚੰਬੜਿਆ ਹੋਇਆ। ਤਨ ਨੂੰ ਰੋਗ ਨਹੀਂ ਲੱਗਦਾ, ਉਹ ਮਨ ਰੋਗੀ ਹੈ ਸਾਡਾ। ਤੇ ਗੁਰੂ ਸਾਹਿਬ ਜੀ ਕਹਿੰਦੇ ਜੇ ਤੇਰਾ ਮਨ ਰੋਗੀ ਹੈ ਨਾ, ਫਿਰ ਤੇਰੇ ਤਨ ਦੀ ਖੂਬਸੂਰਤੀ, ਤੇਰੇ ਤਨ ਦਾ ਸੁਹੱਪਣ, ਤੇਰੇ ਤਨ ਦਾ ਤੰਦਰੁਸਤ ਹੋਣਾ ਵੀ ਕੋਈ ਮੈਟਰ ਨਹੀਂ ਕਰੇਗਾ। ਤੇ ਜੇ ਤੇਰਾ ਮਨ ਤਗੜਾ ਹੈ, ਫਿਰ ਤਨ ਦੀ ਸਮੱਸਿਆ ਵੀ ਕੋਈ ਨਹੀਂ ਹੋਏਗੀ। ਦੋਵੇਂ ਪੱਖ ਤੁਸੀਂ ਬਾਣੀ 'ਚ ਕਦੀ ਧਿਆਨ ਨਾਲ ਪੜ੍ਹ ਕੇ ਵੇਖੋ। ਇੱਕ ਜਗ੍ਹਾ ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ, ਮਨ ਮੈਲਾ ਤਾਂ ਸਭ ਕੁਛ ਮੈਲਾ। ਜੇ ਮਨ ਮੈਲਾ ਆ, ਮਨ ਵਿੱਚ ਸਮੱਸਿਆ ਹੈ, ਤਾਂ ਬਾਹਰੀ ਤੇਰੀਆਂ ਜਿਹੜੀਆਂ ਕੋਸ਼ਿਸ਼ਾਂ ਨੇ, ਇਹ ਕੋਈ ਵੀ ਕੋਸ਼ਿਸ਼ ਤੈਨੂੰ ਠੀਕ ਨਹੀਂ ਕਰ ਸਕੇਗੀ। ਔਰ ਇੱਥੋਂ ਤੱਕ ਵੀ ਗੁਰਦੇਵ ਪਾਤਸ਼ਾਹ ਜੀ ਨੇ ਸ਼ਬਦ ਵਰਤੇ, ਕਹਿੰਦੇ ਤਨ ਧੋਤੈ ਮਨ ਹੱਛਾ ਨਾ ਹੋਏ। ਤੇ ਅੱਜ ਦਾ ਹੁਕਮ ਜੇ ਤੁਸੀਂ ਪੜ੍ਹੋਗੇ ਧਿਆਨ ਨਾਲ, ਤੇ ਉੱਥੇ ਵੀ ਸਤਿਗੁਰੂ ਜੀ ਸ਼ਬਦ ਵਰਤਦੇ ਨੇ, ਕਾਇਆ ਕੂੜ ਵਿਗਾੜ ਕਾਹੇ ਨਾਈ ਹੈ। ਜੇ ਕਾਇਆ ਵਿੱਚ ਕੂੜ ਹੈ, ਸਰੀਰਕ ਪੱਧਰ ਤੇ ਤੂੰ ਸਚਿਆਰ ਨਹੀਂ ਬਣ ਸਕਿਆ, ਤੇ ਤੇਰੇ ਜੀਵਨ ਵਿੱਚ ਝੂਠ ਉਸੇ ਤਰ੍ਹਾਂ ਹੀ ਪ੍ਰਧਾਨਗੀ ਕਰਦਾ ਹੈ। ਝੂਠ ਦੇ ਜਦੋਂ ਤੁਸੀਂ ਮੀਨਿੰਗ ਜਾਣਨੇ ਆ, ਤੇ ਇਹਦਾ ਅਰਥ ਨਹੀਂ ਵੀ ਮੈਂ ਤਾਂ ਕਦੀ ਝੂਠ ਨਹੀਂ ਬੋਲਿਆ। ਇਹ ਵੀ ਤਾਂ ਝੂਠ ਹੈ ਨਾ, ਤੂੰ ਰੱਬ ਦਾ ਰੂਪ ਹੈ, ਆਪਣੇ ਆਪ ਨੂੰ ਆਪਣਾ ਰੂਪ ਮੰਨਦਾ ਹੈ। ਇਹ ਝੂਠ ਕਿੱਦਣ ਸਮਝ ਵਿੱਚ ਆਏਗਾ ਸਾਨੂੰ? ਮਨ ਕੀ ਹੈ? ਰੱਬ ਦਾ ਰੂਪ ਹੈ। ਮਨ ਤੇ ਰੰਗ ਕਾਹਦਾ ਚੜਿਆ ਹੋਇਆ? ਬਾਣੀ ਦੇ ਸ਼ਬਦ ਵੇਖੋਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਹੋਰ ਡਾਇਰੈਕਸ਼ਨ ਵਿੱਚ ਸਾਨੂੰ ਖੜਨਾ ਚਾਹੁੰਦੇ ਨੇ। ਖੈਰ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਮੈਲਾ ਹੈ ਤੇ ਸਭ ਕੁਝ ਮੈਲਾ ਹੈ। ਤੇ ਸ਼ਬਦ ਵਰਤਿਆ ਤਨ ਧੋਤਾ ਹੈ। ਹੁਣ ਜਦੋਂ ਤੁਸੀਂ ਧਾਰਮਿਕ ਥਾਂ ਤੇ ਕਿਸੇ ਬੰਦੇ ਨੂੰ ਜਾਂਦਿਆਂ ਵੇਖਦੇ ਹੋ, ਈਵਨ ਠੀਕ ਆ ਉਹ ਮਨੁੱਖ ਕੋਸ਼ਿਸ਼ ਇੱਦਾਂ ਦੀ ਕਰਦਾ ਆ, ਪਰ ਜਦੋਂ ਅਸੀਂ ਤਨ ਕਰਕੇ ਕਿਤੇ ਜਾਂਦੇ ਹਾਂ ਤਾਂ ਅਸੀਂ ਮਨ ਤਾਂ ਨਾਲ ਸ਼ਾਮਲ ਹੀ ਨਹੀਂ ਕਰਦੇ। ਸਮੱਸਿਆ ਹੀ ਇਹ ਹੈ, ਮਨ ਬੰਦਾ ਜਦੋਂ ਸ਼ਾਮਲ ਕਰੇਗਾ ਨਾ, ਤਾਂ ਹੀ ਸਾਰੀ ਸਮੱਸਿਆ ਦਾ ਹੱਲ ਨਿਕਲੇਗਾ। ਮਨ ਸ਼ਮੂਲੀਅਤ ਨਹੀਂ ਕਰਦਾ, ਮਨ ਹਾਜ਼ਰੀ ਨਹੀਂ ਭਰਦਾ। ਜਦੋਂ ਮਨ ਹਾਜ਼ਰ ਹੋਏਗਾ, ਸਾਰਾ ਕੁਝ ਤਬਦੀਲ ਹੀ ਫਿਰ ਹੋਏ, ਕਿਉਂਕਿ ਮਨ ਕਰਕੇ ਹੀ ਮਨੁੱਖ ਹੈ। ਇਹਦਾ ਨਾਮ ਹੀ ਮਨੁੱਖ ਤਾਂ ਕਿਉਂਕਿ ਇਹਦੇ ਕੋਲ ਮਨ ਹੈ, ਇਹ ਸੋਚ ਸਕਦਾ ਹੈ, ਇਹ ਸਮਝ ਸਕਦਾ ਹੈ, ਇਹ ਦਿਮਾਗ ਤੇ ਬੋਝ ਪਾ ਕੇ ਕਿਸੇ ਚੀਜ਼ ਦਾ ਹੱਲ ਕੱਢ ਸਕਦਾ ਹੈ। ਪਰ ਮਨ ਕਰਕੇ ਅਸੀਂ ਸੋਚਦੇ ਹੀ ਨਹੀਂ ਕਦੇ। ਅਸੀਂ ਸਾਰੇ ਦਾ ਸਾਰਾ ਸਟੈਕਚਰ ਸਾਡਾ ਤਨ ਤੇ ਖੜਾ ਹੈ। ਤਨ ਗੁਰਦੁਆਰੇ ਜਾ ਰਿਹਾ ਹੈ, ਤਨ ਜੌਬ ਕਰ ਰਿਹਾ ਹੈ, ਤਨ ਹੀ ਡਿਊਟੀਆਂ ਨਿਭਾ ਰਿਹਾ, ਤਨ ਹੀ ਘਰ ਵਿੱਚ ਘੁੰਮ ਰਿਹਾ ਆ। ਕਿਉਂਕਿ ਤਨ ਦੇ ਫੈਸਲੇ ਦਿਮਾਗੀ ਪੱਧਰ ਤੇ ਹੁੰਦੇ ਨੇ, ਮਨ ਦੇ ਫੈਸਲੇ ਉੱਚੀ ਸੁਰਤ ਵਿੱਚੋਂ ਹੁੰਦੇ ਨੇ। ਸੋ ਗੁਰੂ ਸਾਹਿਬ ਕਹਿੰਦੇ ਜੇ ਮਨ ਤੇਰਾ ਮੈਲਾ ਹੈ ਤੇ ਸਭ ਕੁਝ ਹੀ ਮੈਲਾ ਹੋਏਗਾ। ਔਰ ਤੂੰ ਮਨ ਸਾਫ਼ ਕਰਨ ਦੀ ਜਗ੍ਹਾ ਤੇ ਤਨ ਸਾਫ਼ ਕਰਨਾ ਚਾਹੁੰਦਾ। ਮਨ ਧੋਤੇ, ਜੇ ਮਨ ਧੋਇਆ ਜਾਏ ਤੇ ਗੱਲ ਬਣ ਸਕਦੀ ਹੈ, ਪਰ ਤੂੰ ਕੀ ਕਰਦਾ? ਤੂੰ ਤਾਂ ਤਨ ਧੋ ਰਿਹਾ ਹੈ। ਤਨ ਧੋਤਾ ਮਨ ਹੱਛਾ ਨਾ ਹੋਏ। ਇਹ ਕੋਈ ਔਖੇ ਅਰਥ ਥੋੜੀ ਹਨ। ਮਨ ਧੋਣਾ ਚਾਹੀਦਾ, ਤੂੰ ਤਨ ਧੋਣਾ ਆ। ਮੇਰੇ ਗੁਰਦੇਵ ਪਿਤਾ ਜੀ ਕਹਿੰਦੇ ਤਨ ਧੋਣ ਨਾਲ ਮਨ ਥੋੜੀ ਹੱਛਾ ਹੋਣਾ ਆ। ਸਮੱਸਿਆਵਾਂ ਸਾਰੀਆਂ ਮਨ ਦੀਆਂ ਨੇ, ਪ੍ਰੋਬਲਮਸ ਟੋਟਲ ਮਨ ਦੀਆਂ ਨੇ।
ਕੋਈ ਤਨ ਦੀ ਸਮੱਸਿਆ ਨਹੀਂ ਹੈ। ਕਈ ਬੰਦੇ ਕਹਿੰਦੇ ਸਾਡੇ ਘਰ ਕਲੇਸ਼ ਬਹੁਤ ਰਹਿੰਦਾ ਆ, ਮੈਨੂੰ ਦੱਸੋ ਮਨ ਲੜਦਾ ਆ ਕਿ ਤਨ ਲੜਦਾ ਆ? ਤਨ ਤਾਂ ਐਕਸ਼ਨ ਕਰਦਾ ਆ, ਤਨ ਦੇ ਕੀ ਵੱਸ ਹੈ? ਤਨ ਕੁਛ ਨਹੀਂ ਕਰ ਸਕਦਾ, ਤਨ ਦੀ ਕੋਈ ਸਮਰੱਥਾ ਨਹੀਂ ਹੈ। ਸਾਰਾ ਕੁਝ ਕੰਟਰੋਲਰ ਹੈ ਜਿਹੜਾ, ਜਿਹਦੇ ਹੱਥ 'ਚ ਕਮਾਂਡ ਹੈ, ਜਿਹੜਾ ਸਾਨੂੰ ਡਾਇਰੈਕਸ਼ਨ ਦਿੰਦਾ, ਉਹ ਮਨ ਹੈ। ਤਾਂ ਹੀ ਸਿੱਖ ਅਰਦਾਸ ਵਿੱਚ ਰੋਜ਼ਾਨਾ 2 ਵਾਰ ਇਹ ਸ਼ਬਦ ਦੁਹਰਾਉਂਦਾ ਹੈ, ਸਿੱਖਾਂ ਦਾ ਮਨ ਨੀਵਾਂ ਤੇ ਮੱਤ ਉੱਚੀ। ਮਨ ਜਿਹੜਾ ਹੈ ਉਹ ਚਲਾਕੀ ਕਰੇਗਾ। ਔਰ ਇੱਥੋਂ ਤੱਕ ਬਾਣੀ 'ਚ ਸ਼ਬਦ ਇੱਕ ਜਗ੍ਹਾ ਤੇ ਗੁਰਦੇਵ ਪਾਤਸ਼ਾਹ ਜੀ ਨੇ ਵਰਤਿਆ, ਮਹਾਰਾਜ ਕਹਿੰਦੇ ਮਨ ਤੇ ਗਧਾ ਹੈ। ਹਾਲਾਂਕਿ ਹੁਣ ਜਦੋਂ ਅਸੀਂ ਇਦਾਂ ਦੇ ਸ਼ਬਦ ਵਰਤਦੇ ਆ ਨਾ, ਤੇ ਕਈ ਵੀਰ ਭੈਣਾਂ ਇਤਰਾਜ਼ ਕਰਦੇ ਨੇ ਵੀ ਇਹ ਤੁਸੀਂ ਇਦਾਂ ਗਧਾ ਕਿਉਂ? ਮੈਂ ਥੋੜ੍ਹੀ ਕਹਿਣਾ ਆ, ਮੇਰੀ ਕੀ ਔਕਾਤ ਹੈ ਮੈਂ ਸ਼ਬਦ ਵਰਤ ਸਕਾਂ? ਇੰਨੀ ਹਿੰਮਤ ਹੈ ਮੇਰੀ ਇੰਨੀ ਜ਼ਰੂਰਤ ਕਿੱਥੇ ਹੈ? ਹਾਂ, ਮੇਰੇ ਗੁਰਦੇਵ ਪਾਤਸ਼ਾਹ ਜੀ ਬਾਣੀ ਵਿੱਚ ਸ਼ਬਦ ਵਰਤਦੇ ਔਰ ਮੈਨੂੰ ਸੰਬੋਧਨ ਕਰਕੇ ਵੀ ਕਹਿੰਦੇ ਮਨ ਖੁਟਹਰ ਗਧੇ ਨੂੰ ਕਹਿੰਦੇ ਨੇ, ਤੇਰਾ ਨਹੀਂ ਵਿਸ਼ਵਾਸ, ਮੈਨੂੰ ਤੇਰੇ ਤੇ ਭੋਰਾ ਯਕੀਨ ਨਹੀਂ। ਮਨ ਕਦੋਂ ਕੀ ਕਰਦੇ ਕੋਈ ਪਤਾ ਨਹੀਂ ਲੱਗਦਾ, ਕੋਈ ਭਰੋਸਾ ਨਹੀਂ। ਮਨ ਨੇ ਕਿਹਦੇ ਬਾਰੇ ਕਦੋਂ ਕੀ ਸੋਚ ਲੈਣਾ, ਤੁਸੀਂ ਕੋਈ ਬੰਦਾ ਗਰੰਟੀ ਨਹੀਂ ਚੁੱਕ ਸਕਦੇ। ਮਨ ਕਈ ਵਾਰ ਮਨ ਵਿੱਚ ਆਪਣੇ ਪਰਿਵਾਰਕ ਮੈਂਬਰ ਪ੍ਰਤੀ ਵੀ ਕਈ ਵਾਰ ਭੈੜੇ ਖਿਆਲ, ਮਨ ਹੈ ਨਾ, ਫਿਰ ਚਲਾਕੀ ਕੀ, ਚੰਚਲ ਕੀ ਹੋਇਆ? ਤਾਂ ਹੀ ਤੇ ਬਾਣੀ 'ਚ ਚੰਚਲ ਕਿਹਾ ਉਹਨੂੰ। ਤਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਟਿਕਦਾ ਹੀ ਨਹੀਂ ਹੈ, ਇਹਦੇ ਤੇ ਕੋਈ ਕਮਾਂਡ ਨਹੀਂ ਕਰ ਸਕਦਾ। ਪਰ ਹਾਂ, ਜਦੋਂ ਗੁਰੂ ਸਾਹਿਬ ਕੋਲ ਆਈਏ, ਗੁਰੂ ਸਾਹਿਬ ਨੂੰ ਇਸ ਮਨ ਦੀਆਂ ਲਗਾਮਾਂ ਫੜਾਈਏ ਕਿਤੇ, ਤੇ ਗੁਰੂ ਸਾਹਿਬ ਫਿਰ ਬੜੇ ਇਹਨੂੰ ਨਿਯਮ ਵਿੱਚ ਲੈ ਕੇ ਆਉਂਦੇ ਨੇ। ਔਰ ਅੱਜ ਦੇ ਪਾਵਨ ਸ਼ਬਦ ਦਾ ਜਿਹੜਾ ਪੱਖ ਹੈ ਉਹ ਵੀ ਗੁਰੂ ਸਾਹਿਬ ਜੀ ਕੁਝ ਇਸ ਤਰ੍ਹਾਂ ਦਾ ਰੱਖਦੇ ਨੇ, ਮਨ ਤੇ ਕੰਮ ਕਰਨਾ ਸਿੱਖੀਏ। ਮਨ ਦੀ ਸਮੱਸਿਆ ਹੈ, ਮਨ ਡਾਵਾਂ ਡੋਲ ਹੈ, ਮਨ ਖੁਟਰ ਹੈ, ਮਨ ਤੇਜ਼ ਹੈ, ਮਨ ਨਹੀਂ ਟਿਕਦਾ। ਪਰ ਤੁਸੀਂ, ਮੈਂ ਬੜੀ ਵਾਰ ਬਿਨੇ ਕਰਦਾ ਹੁੰਨਾ, ਜਿੰਨੇ ਵੀ ਦੁਨੀਆ 'ਚ ਮਹਾਨ ਲੋਕ ਨੇ ਨਾ, ਉਹ ਸਾਰੇ ਬੰਦੇ ਆਪਣੀ ਨਿੱਜੀ ਡਾਇਰੀ ਲਿਖਦੇ ਨੇ। ਤੁਸੀਂ ਜਿੰਨੇ ਵੀ ਸਕੋਲਰ ਵੇਖੋਗੇ ਉਹ ਆਪਣੀ ਇੱਕ ਨਿੱਜੀ ਡਾਇਰੀ ਲਿਖਦੇ ਨੇ, ਨਿੱਜ ਦੀ ਡਾਇਰੀ। ਔਰ ਤੁਸੀਂ ਕਦੀ ਵੱਡੇ ਜਿੰਨੇ ਮਹਾਨ ਲੋਕ ਫਿਲੋਸਫਰ ਹੋਣਗੇ, ਉਹਨਾਂ ਨੇ ਆਪਣੀਆਂ ਡਾਇਰੀਆਂ ਨੋਟ ਕੀਤੀਆਂ ਹੋਣਗੀਆਂ, ਉਹਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ 'ਚ ਲਿਖਿਆ ਹੋਏਗਾ। ਤੁਸੀਂ ਅੱਜ ਤੋਂ 100 ਸਾਲ ਪਿੱਛੇ ਜਾ ਕੇ ਵੇਖ ਸਕਦੇ ਹੋ ਵੀ ਫਲਾਨਾ ਬੰਦਾ ਇੱਕ ਸਕੋਲਰ ਟਾਈਪ ਦਾ ਹੋਇਆ, ਜਾਂ ਕੋਈ ਬਹੁਤ ਵੱਡੇ ਪੱਧਰ 'ਤੇ ਜਿਹਨੇ ਕੋਈ ਜ਼ਿੰਮੇਵਾਰੀ ਨਿਭਾਈ ਹੈ, ਤਾਂ ਉਹਨੇ ਆਪਣੀ ਨਿੱਜੀ ਡਾਇਰੀ 'ਚ ਇੱਦਾਂ ਲਿਖਿਆ, ਆਪਣੀ ਨਿੱਜੀ ਡਾਇਰੀ 'ਚ ਇੱਦਾਂ ਲਿਖਿਆ। ਵੈਸੇ ਹਰ ਬੰਦੇ ਨੂੰ ਆਪਣੀ ਇੱਕ ਨਿੱਜੀ ਡਾਇਰੀ ਬਣਾਉਣੀ ਚਾਹੀਦੀ ਹੈ। ਸੋਹਿਲਾ ਸਾਹਿਬ ਸਾਡਾ ਧਿਆਨ ਹੀ ਇਸ ਬੰਨੇ ਖੜਦੇ ਆ। ਸੋਹਿਲਾ ਸਾਹਿਬ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਠੀਕ ਹੈ, ਅੱਜ ਬਾਣੀ ਦੀ ਵੀ ਸਾਰੀ ਮਰਿਆਦਾ ਪਤਾ ਨਹੀਂ ਕਿਸ ਤਰ੍ਹਾਂ ਦੀ ਸਾਡੀ ਬਣਾ ਦਿੱਤੀ, ਅਸੀਂ ਸਾਰੇ ਵਹਿਮ ਭਰਮ ਬਾਣੀ ਦੇ ਨਾਲ ਜੋੜ ਕੇ ਰੱਖ ਦਿੱਤੇ। ਉਸ ਬੰਨੇ ਮੈਂ ਨਹੀਂ ਜਾਂਦਾ। ਬਾਣੀ ਪੜ੍ਹਨ ਨਾਲ ਜ਼ਿੰਦਗੀ ਬਦਲਣ ਦੀ ਗੱਲ ਨਹੀਂ ਦੱਸੀ, ਸਿਰਫ ਕਰਮ ਜੋੜ ਦਿੱਤੇ ਗਏ ਉਹਨਾਂ ਨਾਲ। ਸੌਣ ਵੇਲੇ ਸੋਹਿਲਾ ਪੜ੍ਹਨ ਦਾ ਅਰਥ ਹੀ ਹੈ, ਨਿਜ ਕਰ ਮਹਲ ਪਾਓ ਸੁਖ ਸਹਿਜੇ ਬਹੁਰ ਨਾ ਹੋਈ ਗੋ ਫੇਰਾ। ਮੈਂ ਸਵੇਰ ਵਾਲੇ ਦੀਵਾਨ ਵਿੱਚ ਜ਼ਿਕਰ ਕਰਦਾ ਸੀ, ਇੱਕੋ ਵਾਰ ਵਾਰੀ ਮਿਲੀ ਹੈ, ਇਹਨੂੰ ਇੰਨੀ ਸੋਹਣੀ ਖੇਡ ਕੇ ਜਾਏ ਵੀ ਦੁਬਾਰਾ ਮੌਕਾ ਨਾ ਵੀ ਮਿਲੇ ਤੇ ਚਿੰਤਾ ਨਾ ਕਰਨੀ ਪਵੇ। ਵਾਰੀ ਹੈ ਨਾ, ਜਿਵੇਂ ਜੋ ਕੋਈ ਪਲੇਅਰ ਗਰਾਊਂਡ ਵਿੱਚ ਜਾਏ ਤੇ ਜਾਂਦੇ ਹੀ ਆਊਟ ਹੋ ਜਾਏ, ਫਿਰ ਉਹਨੂੰ ਇਹ ਰਹਿੰਦਾ ਵੀ ਦੁਬਾਰਾ ਮਿਲ ਜਾਏ ਨਾ ਕਿਤੇ ਵਾਰੀ, ਐਂ ਸੋਚਦਾ ਨਾ ਉਹ। ਕੋਈ ਵੀ ਪਲੇਅਰ ਗਰਾਊਂਡ 'ਚ ਖੇਡਣ ਜਾਏ, ਜਾਂਦਿਆਂ ਸਾਰੀ ਉਹ ਵਾਰੀ ਗਵਾ ਲਵੇ, ਆਊਟ ਹੋ ਜਾਏ, ਜਾਂ ਉਹ ਕੋਈ ਮਿਸਬਿਹੇਵ ਕਰ ਸਕੇ, ਉਹਨੂੰ ਬਾਹਰ ਆਉਣਾ ਪੈ ਜਾਏ, ਉਹ ਸਾਰਾ ਦਿਨ ਗਰਾਊਂਡ ਵਿੱਚ ਬੈਠਾ ਇਹ ਸੋਚਦਾ ਰਹਿੰਦਾ, ਜੇ ਦੁਬਾਰਾ ਮਿਲ ਜਾਏ ਨਾ ਮੌਕਾ ਕਿਤੇ, ਫਿਰ ਦੱਸਾਂ ਕਿਵੇਂ ਖੇਡੀਦਾ ਆ। ਸਾਡਾ ਸਮਾਜ ਵੀ ਇਹੀ ਸੋਚਦਾ, ਰੱਬਾ ਕਿਤੇ ਦੁਬਾਰਾ ਮਿਲ ਜਾਏ ਨਾ ਕਿਤੇ ਮੌਕਾ, ਅਸੀਂ ਦੁਬਾਰਾ ਕਿਤੇ ਸਮਾਂ ਮਿਲੇ ਨਾ ਸਾਨੂੰ। ਗੁਰੂ ਸਾਹਿਬ ਕਹਿੰਦੇ ਇਹ ਜਿਹੜੀ ਵਾਰੀ ਮਿਲੀ ਹੈ ਨਾ, ਇਹਨੂੰ ਖੇਡ ਚੰਗੀ ਤਰ੍ਹਾਂ, ਇੰਨਾ ਸੋਹਣਾ ਖੇਡਣ ਵਾਸਤੇ ਮਿਲੀ ਹੈ, ਕੋਈ ਕਮੀ ਨਾ ਛੱਡੀ ਜ਼ਿੰਦਗੀ ਵਿੱਚ, ਕੋਈ ਤੇਰੇ ਮਨ ਦੀ ਖਾਹਿਸ਼ ਰਹਿ ਨਾ ਜਾਏ, ਵਧੀਆ ਢੰਗ ਨਾਲ ਜੀ, ਪਰ ਮਨ ਦੇ ਫੈਸਲੇ ਮਤ ਰਾਹੀਂ ਕਰੀ, ਮਨ ਦੇ ਫੈਸਲੇ ਮਤ ਤੇ ਨਾ ਥੋਪੀ, ਮਤ ਦੇ ਫੈਸਲੇ ਮਨ ਤੇ ਥੋਪੀ, ਤਾਂ ਹੀ ਮਨ ਨੀਵਾਂ ਤੇ ਮਤ ਉੱਚੀ ਹੋਏਗੀ। ਮਤ ਵਿੱਚੋਂ ਲਿਆ ਹੋਇਆ ਡਿਸੀਜਨ, ਮਨ ਕਹਿੰਦਾ ਆ, ਮਨ ਹੈ ਹੀ ਚਲਾਕ ਤਾਂ ਆ ਨਾ। ਬਾਣੀ 'ਚ ਗੁਰੂ ਸਾਹਿਬ ਜੀ ਨੇ ਇਹਨੂੰ ਚੰਚਲ ਵੀ ਕਿਹਾ, ਇਹਨੂੰ ਗਧਾ ਵੀ ਕਿਹਾ, ਇਹਨੂੰ ਮੂਰਖ ਵੀ ਕਿਹਾ, ਇਹਨੂੰ ਬੜੇ ਸ਼ਬਦਾਂ ਨਾਲ ਗੁਰੂ ਸਾਹਿਬ ਜੀ ਨੇ, ਇਹ ਮਨ ਚੰਚਲਾ, ਚਤੁਰਾਈ ਕਿਨੇ ਨਾ ਪਾਇਆ, ਤੂੰ ਯਾਰ ਚਲਾਕੀਆਂ ਕਿਉਂ ਕਰਦਾ ਆ? ਤੇ ਅਸੀਂ ਕਈ ਵਾਰ ਗੁਰੂ ਸਾਹਿਬ ਨਾਲ ਵੀ ਚਲਾਕੀ ਕਰ ਜਾਂਦੇ ਆ। ਵੈਸੇ ਸਾਰਾ ਸਿੱਖ ਜਗਤ ਮੰਨਦਾ ਹੈ ਵੀ ਗੁਰੂ ਸਾਹਿਬ ਦਿਲਾਂ ਦੀਆਂ ਜਾਣਦੇ ਆ, ਅਸੀਂ ਮੰਨਦੇ ਹਾਂ ਸਾਰੇ, ਗੁਰੂ ਸਾਹਿਬ ਸਾਡੇ ਦਿਲ ਦੀ ਜਾਣਦੇ ਆ,
ਪਰ ਮਾਫ ਕਰਿਓ, ਕਿੰਨੇ ਆ ਜਿਹੜੇ ਸੱਚੀ ਮੁੱਚੀ ਦਿਲ ਠੀਕ ਕਰ ਲੈਂਦੇ ਆ ਵੀ ਗੁਰੂ ਸਾਹਿਬ ਤੇ ਦਿਲ ਦੀ ਵੀ ਜਾਣਦੇ ਨੇ। ਤਾਵਾਂ ਹੀ ਹੋਏਗਾ ਨਾ ਕੋਈ ਜਿਹੜਾ ਦਿਲੋਂ ਠੀਕ ਹੋਣਾ ਚਾਹੁੰਦਾ ਆ, ਨਹੀਂ ਤੇ ਅੰਦਰ ਆਣ ਕੇ ਬੰਦੇ ਹੋਰ ਤਰ੍ਹਾਂ ਦੇ ਦਿਸਦੇ ਨੇ, ਬਾਹਰ ਜਾ ਕੇ ਹੋਰ ਤਰ੍ਹਾਂ ਦੇ ਦਿਸਦੇ ਨੇ। ਕੋਈ ਚਲਾਕੀ ਹੋਈ ਵੀ ਗੁਰੂ ਸਾਹਿਬ ਜੀ ਨੂੰ ਐ ਬਣ ਕੇ ਵਿਖਾ ਦਿਓ, ਬਾਹਰ ਜਾ ਕੇ ਜਿੱਦਾਂ ਦੇ ਮਰਜ਼ੀ ਹੋ ਜਾਓ। ਨਹੀਂ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ। ਤੂੰ ਸੁਣ ਮਨ ਮੇਰਿਆ, ਸੁਣ ਗੱਲ ਧਿਆਨ ਨਾਲ ਮੇਰਿਆ ਮਨਾ। ਤੇ ਜਦੋਂ ਇਹ ਸ਼ਬਦ ਪੜ੍ਹੇ ਜਾਣ ਨਾ, ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਤੁਸੀਂ ਮੈਨੂੰ ਨਹੀਂ ਕਹਿ ਰਹੇ, ਗੁਰੂ ਸਾਹਿਬ ਮੈਨੂੰ ਹੀ ਕਹਿ ਰਹੇ ਆ। ਬਸ ਮੈਂ ਆਪਣੇ ਆਪ ਤੇ ਗੱਲ ਕਰਾਂ ਵੀ ਕਿਤੇ ਮੈਂ ਹੀ ਨਾ ਚਲਾਕੀਆਂ ਕਰਦਾ ਹੋਵਾਂ। ਹਰ ਇੱਕ ਤੇ ਟੁਕਦੀ ਹੈ ਗੱਲ, ਨਹੀਂ ਚਲਾਕੀ ਨਾਲ। ਤਾਂ ਹੀ ਗੁਰੂ ਸਾਹਿਬ ਕਹਿੰਦੇ ਨਾ, ਚਤੁਰਾਈ ਨਾ ਚਤੁਰਭੁਜ ਪਾਈਐ। ਚਲਾਕੀਆਂ ਨਾਲ ਥੋੜੀ ਰੱਬ ਮਿਲਦਾ। ਸਾਰੀ ਦੁਨੀਆ ਚਲਾਕੀਆਂ ਤੇ ਹੋਈ ਹੈ, ਸਭ ਚਲਾਕੀਆਂ ਨੇ। ਤਾਂ ਹੀ ਆ ਨਾ ਸਾਰੇ ਦਾ ਸਾਰਾ ਸਿਲਸਿਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਸਵੇਰੇ ਸਵੇਰ ਤੁਹਾਡਾ ਨਾਮ ਲੈ ਲਿਆ, ਸਾਰਾ ਦਿਨ ਮਰਜ਼ੀਆਂ ਕਰਨ। ਇਹ ਚਲਾਕੀ ਤੇ ਹੈ ਵੀ ਤੇਰਾ ਨਾਂ ਲੈ ਤਾਂ ਲਿਆ ਸਵੇਰੇ, ਹੁਣ ਸਾਰਾ ਦਿਨ ਤੇਰੀ ਕਮਾਂਡ ਕਿਵੇਂ ਰੱਖੀ ਹੈ ਆਪਣੇ ਤੇ? ਇਹ ਕਿਵੇਂ ਪ੍ਰਵਾਨ ਹੋ ਜਾਏਗੀ ਗੱਲ ਭਲਾ ਗੁਰੂ ਸਾਹਿਬ ਜੀ ਦੇ ਦਰ ਤੇ? ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਨ ਨੂੰ ਬਹੁਤ ਤਰ੍ਹਾਂ ਨਾਲ ਸੰਬੋਧਨ ਕਰਦੇ ਤੇ ਸ਼ਬਦ ਇੱਥੋਂ ਤੱਕ ਵੀ ਵਰਤਦੇ। ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ। ਤੂੰ ਬੜਾ ਖੌਰੂ ਪਾਉਣਾ ਆ, ਬੜਾ ਤੇਜ਼ ਹੈ ਤੂੰ। ਤੇ ਮੈਂ ਗੱਲ ਕਰਦਾ ਸੀ ਵੀ ਨਿੱਜੀ ਡਾਇਰੀ ਹਰ ਇੱਕ ਮਹਾਨ ਬੰਦਿਆਂ ਦੀ ਹੁੰਦੀ ਹੈ, ਸਕੋਲਰਾਂ ਦੀ। ਔਰ ਕੋਸ਼ਿਸ਼ ਕਰੀਏ ਆਪਾਂ ਆਪਣੀ ਨਿੱਜੀ ਡਾਇਰੀ ਬਣਾਈਏ। ਔਖਾ ਆ ਕੰਮ, ਭਾਵੇਂ ਬਹੁਤ ਔਖਾ ਆ। ਕਿਸੇ ਨੂੰ ਨਾ ਵਿਖਾਇਆ ਕਰੋ ਨਿੱਜੀ ਡਾਇਰੀ। ਜੇ ਬਦਲਣਾ ਹੋਵੇ ਨਾ, ਕੁਝ ਚੇਂਜ ਕਰਨਾ ਹੋਵੇ, ਫਿਰ ਕੁਝ ਕਰਨਾ ਪੈਂਦਾ ਆ। ਤੇ ਨਿੱਜੀ ਡਾਇਰੀ 'ਚ ਰੋਜ਼ ਉਹ ਲਿਖਿਆ ਕਰੋ ਜੋ ਜੋ ਤੁਹਾਡੇ ਮਨ ਵਿੱਚ ਆਉਂਦਾ ਆ। ਚੰਗਾ ਚੰਗਾ ਨਹੀਂ ਲਿਖਣਾ। ਸਾਡੀ ਆਦਤ ਹੈ ਜਦੋਂ ਅਸੀਂ ਲਿਖਣ ਬੈਠਦੇ ਹਾਂ, ਫਿਰ ਉਹ ਨਹੀਂ ਲਿਖਦੇ ਜੋ ਅਸੀਂ ਹੁੰਨੇ ਆ, ਅਸੀਂ ਉਹ ਲਿਖਦੇ ਹਾਂ ਜੋ ਅਸੀਂ ਲੋਕਾਂ ਨੂੰ ਦਿਸਣਾ ਚਾਹੁੰਦੇ ਹੁੰਦੇ ਹਾਂ। ਆਪਣੀ ਇੱਕ ਨਿੱਜੀ ਡਾਇਰੀ ਤਿਆਰ ਕਰੀਏ। ਔਰ ਸੋਹਿਲਾ ਸਾਹਿਬ ਦੇ ਅਰਥ ਹੀ ਇਹ ਨੇ, ਨਿਜ ਕਰ ਮਹਲ ਪਾਓ ਸੁਖ ਸਹਿਜੇ, ਬਹੁਰ ਨਾ ਹੋਈ ਗੋ ਫੇਰਾ। ਚੇਤੇ ਰੱਖੀ ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਤੇਰੇ ਮਨ ਦੀ ਜਾਣਦੇ ਆ ਉਹ। ਸਾਰੀ ਦੁਨੀਆ ਨੂੰ ਭੁਲੇਖਾ ਪਾ ਸਕਦਾ ਆ ਤੂੰ, ਸਾਰੀ ਦੁਨੀਆ ਨੂੰ ਦੱਸ ਸਕਦਾ ਵੀ ਮੈਂ ਇਦਾਂ ਦਾ ਆ, ਮੈਂ ਇਦਾਂ ਦਾ ਆ। ਇੱਥੇ ਨਹੀਂ ਚੱਲਣੀ ਚਲਾਕੀ ਆਣ ਕੇ, ਇੱਥੇ ਤਾਂ ਤੈਨੂੰ ਅੰਦਰੋਂ ਫੜਿਆ ਜਾਣਾ। ਤੂੰ ਤੇਰਾ ਅੰਦਰ ਪੜ ਲੈਣਾ ਗੁਰੂ ਸਾਹਿਬ ਜੀ ਨੇ। ਸਾਡੇ ਗੁਰੂ ਸਾਹਿਬ ਜੀ ਦੇ ਕਿੱਡੇ ਪਿਆਰੇ ਪੱਖ ਨੇ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਦੀ ਧਰਤੀ ਤੇ ਨਮਾਜ਼ ਪੜ੍ਹਨ ਵਾਸਤੇ ਦੌਲਤ ਖਾਂ ਦੇ ਨਾਲ ਗਏ, ਕਿੱਡੀ ਗਜ਼ਬ ਦੀ ਗੱਲ ਹੈ। ਤੇ ਅੱਜ ਸਾਡਾ ਸਾਰਾ ਸਿਲਸਿਲਾ ਵੀ ਤਾਂ ਉੱਥੇ ਖੜਿਆ ਆ ਨਾ। ਜਦੋਂ ਨਮਾਜ਼ ਪੜ੍ਹਨ ਗਏ, ਸਤਿਗੁਰਾਂ ਨੇ ਨਮਾਜ਼ ਅਦਾ ਨਾ ਕੀਤੀ। ਮੌਲਵੀ ਕਹਿੰਦਾ ਮਹਾਰਾਜ ਮੇਰੇ ਨਾਲ ਨਮਾਜ਼ ਨਹੀਂ ਪੜ੍ਹੀ। ਸਤਿਗੁਰੂ ਜੀ ਕਹਿੰਦੇ ਤੂੰ ਪੜ੍ਹਦਾ ਹੁੰਦਾ ਤੇ ਪੜ੍ਹਦੇ ਨਾ ਤੇਰੇ ਨਾਲ। ਤੂੰ ਕਿਹੜਾ ਪੜ੍ਹਦਾ ਸੀ? ਕਹਿੰਦਾ ਤੁਹਾਡੇ ਸਾਹਮਣੇ ਹੱਥ ਜੋੜੀ ਤੇ ਖੜਿਆ ਸੀ, ਗੋਡੇ ਸੁੱਟ ਕੇ ਖੜਾ ਤੇ ਸੀ ਪੜ੍ਹਨ ਵਾਸਤੇ। ਇਦਾਂ ਹੀ ਹੱਥ ਜੋੜ ਕੇ ਗੋਡੇ ਥੱਲੇ ਸੁੱਟ ਕੇ ਐ ਅਦਾ ਤਾਂ ਕਰ ਰਿਹਾ ਸੀ ਨਮਾਜ਼। ਮੇਰੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਯਾਰ ਇਮਾਨਦਾਰੀ ਨਾਲ ਕਾਜ਼ੀਆ ਦੱਸ, ਪੜ੍ਹਦਾ ਸੀ ਨਮਾਜ਼ ਤੂੰ ਕਿ ਤੇਰੀ ਸੁਰਤ ਕਿਤੇ ਹੋਰ ਸੀ? ਤੇਰੇ ਖਿਆਲ ਕਿੱਥੇ ਸਨ? ਐ ਅੰਦਰ ਹਿੱਲ ਗਿਆ ਕਾਜ਼ੀ ਦਾ। ਮੌਲਵੀ ਕੰਬਿਆ। ਸਤਿਗੁਰੂ ਜੀ ਕਹਿੰਦੇ ਸੁਰਤ ਤਾਂ ਤੇਰੀ ਘੋੜੀ ਵਿੱਚ ਹੈ, ਗੋਡੇ ਰੱਬ ਗਾੜੀ ਸੁੱਟੀ ਬੈਠਾ ਆ ਤੂੰ। ਤੇਰੇ ਘੁੱਟਨੇ ਥੋੜੀ ਟਿਕਦੇ ਆ ਰੱਬ ਗਾੜੀ ਕਿਤੇ। ਕਿਉਂਕਿ ਜਿਹੜਾ ਅੱਜ ਦੀ ਭਾਸ਼ਾ ਵਿੱਚ ਇਹਨੂੰ ਫੇਸ ਰੀਡਿੰਗ ਕਰਨਾ ਕਹਿੰਦੇ ਆ। ਅੱਜ ਦੀ ਭਾਸ਼ਾ ਵਿੱਚ ਨਾ ਜਿਹੜੇ ਬਹੁਤ ਬੰਦੇ ਸਕੋਲਰ ਹੁੰਦੇ ਆ, ਜਾਂ ਜਿਹੜੇ ਬੰਦੇ ਬੜੇ ਹਾਈਜੈਸਟ ਹੁੰਦੇ ਆ ਇਹਨਾਂ ਸਾਰੀਆਂ ਚੀਜ਼ਾਂ ਵਿੱਚ, ਉਹ ਤੁਹਾਡੀ ਫੇਸ ਰੀਡਿੰਗ ਕਰ ਲੈਂਦੇ ਆ। ਤੁਹਾਨੂੰ ਫੇਸ ਤੋਂ ਵੇਖ ਕੇ ਦੱਸ ਦੇਣਗੇ ਵੀ ਤੇਰੇ ਅੰਦਰ ਕੀ ਚੱਲਦਾ ਹੈ। ਤੇ ਮੇਰਾ ਬਾਬਾ ਨਾਨਕ ਕਿੱਡਾ ਵੱਡਾ ਫੇਸ ਰੀਡਿੰਗ ਕਰਦਾ ਹੋਏਗਾ, ਅੰਦਾਜ਼ਾ ਲਾ ਕੇ ਵੇਖੋ। ਐਂ ਪੜ੍ਹ ਲਿਆ ਉਹਦਾ ਚਿਹਰਾ। ਕਾਜ਼ੀਆ ਦੱਸ, ਇਮਾਨਦਾਰੀ ਨਾਲ ਦੱਸ ਕੀ ਕਰਦਾ ਸੀ? ਬਾਬਾ ਨਹੀਂ ਪੜ੍ਹਦਾ ਸੀ। ਹਿੰਮਤ ਜੀ ਕਰਕੇ ਦੌਲਤ ਖਾਂ ਕਹਿੰਦਾ ਮੇਰੇ ਨਾਲ ਪੜ੍ਹ ਲੈਂਦੇ, ਮੇਰੇ ਨਾਲ ਪੜ੍ਹਦੇ। ਸੁਲਤਾਨੇ ਬਾਦਸ਼ਾਹ ਮੈਂ ਤਾਂ ਪੜ੍ਹ ਰਿਹਾ ਸੀ। ਮੇਰਾ ਬਾਪੂ ਕਹਿੰਦਾ ਸੱਚ ਨਾ ਖਲਾ, ਪੜ੍ਹਦਾ ਤੇ ਤੂੰ ਵੀ ਨਹੀਂ ਸੀ, ਧਿਆਨ ਤਾਂ ਤੇਰਾ ਵੀ ਵਪਾਰ ਵਿੱਚ ਸੀ, ਘੋੜੇ ਖਰੀਦ ਤੇ ਵੇਚ ਰਿਹਾ ਸੀ, ਤੂੰ ਨਮਾਜ਼ ਕਿੱਥੇ ਪੜ੍ਹਦਾ ਸੀ? ਤੇ ਜੇ ਬਾਬਾ ਅੱਜ ਸਾਨੂੰ ਪੁੱਛ ਲੈ ਵੀ ਤੇਰਾ ਹੈ ਧਿਆਨ ਕਿਤੇ ਨਮਾਜ਼ ਵਿੱਚ? ਨਾ, ਜਿੱਥੇ ਹੁੰਨਾ ਤੇਰਾ ਧਿਆਨ ਹੀ ਨਹੀਂ ਹੁੰਦਾ ਉੱਥੇ। ਤਾਂ ਜਦੋਂ ਅਸੀਂ ਧਿਆਨ ਕਰਕੇ ਉਖੜ, ਤਾਂ ਹੀ ਗੁਰੂ ਸਾਹਿਬ ਜੀ ਨੇ ਕਿਹਾ ਨਾ,
ਮਨ ਕਰਕੇ, ਤਨ ਕਰਕੇ ਤੇ ਧਨ ਕਰਕੇ, ਤਿੰਨ ਚੀਜ਼ਾਂ ਨੇ ਤੇਰੀਆਂ। ਤੂੰ ਇੱਕੋ ਕਰ, ਇੱਕ ਚੀਜ਼ ਕਰਕੇ। ਕਈ ਬੰਦੇ ਨੇ ਜਿਹੜੇ ਕਹਿੰਦੇ ਧਨ ਲੈ ਲਓ ਮੇਰੇ ਤੋਂ ਜਿੰਨਾ ਮਰਜ਼ੀ, ਆ ਲਓ ਪਵਾ ਲਓ ਮੇਰੀ ਸੇਵਾ ਜਿੱਥੇ ਪਵਾਉਣੀ ਹੈ। ਦੂਜਾ ਬੰਦਾ ਕਹਿੰਦਾ ਮੇਰੇ ਮਨ ਤੋਂ ਸੇਵਾ ਕਰਾ ਲਓ ਜਿੰਨੀ ਕਰਾਉਣੀ ਹੈ। ਤੀਜਾ ਕਹਿੰਦਾ ਮੇਰੇ ਤਨ ਤੋਂ ਸੇਵਾ ਕਰਾ ਲਓ। ਗੁਰੂ ਸਾਹਿਬ ਕਹਿੰਦੇ ਮੈਂ ਤਿੰਨਾਂ ਤੋਂ ਹੀ ਕਰਾਉਣਾ ਚਾਹੁੰਦਾ। ਮੈਨੂੰ ਤੇਰਾ ਮਨ ਵੀ ਚਾਹੀਦਾ, ਤੇਰਾ ਧਨ ਵੀ ਚਾਹੀਦਾ ਤੇ ਤੇਰਾ ਤਨ ਵੀ ਚਾਹੀਦਾ। ਫਿਰ ਸਮਝ ਲੱਗੇਗੀ ਗੱਲ। ਸਿੱਖ ਦੀ ਜੇਬ ਵਿੱਚ ਪਿਆ ਹੋਇਆ ਧਨ ਸਿੱਖ ਦਾ ਨਹੀਂ ਹੈ, ਮਤਾ ਸਮਝ ਤੇਰਾ ਆ। ਤੇਰੀ ਜੇਬ 'ਚ ਪਿਆ ਹੋਇਆ ਧਨ ਬਾਬੇ ਨਾਨਕ ਦਾ, ਤੇ ਉਸ ਧਨ ਨੂੰ ਖਰਚਣ ਲੱਗਿਆ ਕਿਤੇ ਵੀ ਹੋਵੇ, ਖਰਚਣ ਲੱਗਿਆ ਇੱਕ ਵਾਰ ਜ਼ਰੂਰ ਵੇਖੀ ਬਾਬਾ ਨਾਨਕ ਤੇਰੇ ਸਿਰ ਤੇ ਬੈਠਾ ਆ। ਪੜ੍ਹਨ ਲਈ ਨਹੀਂ ਸ਼ਬਦ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਅੱਜ ਦਾ ਨੌਜਵਾਨ ਨਸ਼ਾ ਕਰਨ ਲਈ ਜੇਬ 'ਚ ਪੈਸੇ ਪਾਵੇ, ਹੱਥ ਪਾਵੇ, ਡਾਲਰ ਕੱਢਣ ਲੱਗੇ, ਨਸ਼ਾ ਖਰੀਦਣ ਲੱਗੇ, ਨਾਲ ਹੀ ਦਿਮਾਗ 'ਚ ਆ ਜੇ ਨਹੀਂ ਯਾਰ ਬਾਬਾ ਨਾਨਕ ਨਹੀਂ ਸਹਿਮਤੀ ਦੇਗਾ ਇਹਦੇ ਨਾਲ। ਬਸ ਤੇਰਾ ਧਨ ਗੁਰੂ ਦਾ ਧਨ ਹੋ। ਇਹ ਨਹੀਂ ਹੋਣਾ ਵੀ $2 ਇੱਥੇ ਪਾ ਜਾਏ ਆਣ ਕੇ ਤੇ 4 ਆਪਣੀ ਮਰਜ਼ੀ ਨਾਲ ਖਰਚ ਲੈ। ਤੇਰੀ ਜੇਬ ਵਾਲੇ ਵੀ ਗੁਰੂ ਸਾਹਿਬ ਜੀ ਆਪਣੀ ਮਰਜ਼ੀ ਨਾਲ ਖਰਚਣ ਦਾ ਸੁਭਾਅ ਪਾਉਣਾ ਚਾਹੁੰਦੇ ਆ। ਫਿਰ ਠੀਕ ਹੋਊਗਾ ਸਿਲਸਿਲਾ, ਫਿਰ ਠੀਕ ਹੋਏਗਾ ਸਿਸਟਮ, ਫਿਰ ਠੀਕ ਹੋਣਗੇ। ਮਨ ਖੁਟਹਰ ਹੈ, ਟਿਕਦਾ ਨਹੀਂ। ਮਨ ਨੂੰ ਸਮਝਾਈਏ, ਮਨਾ ਸਮਝ ਗੱਲ, ਮਨਾ ਛੱਡ ਚਲਾਕੀਆਂ। ਗਦਾ ਨਾ ਬਣ, ਖੁੱਤਾ ਨਾ ਬਣ। ਮਹਾਰਾਜ ਕੀ ਬਣਾ? ਕਹਿੰਦੇ ਆ ਮੇਰੇ ਬੱਚੇ ਆ, ਫਿਰ ਮੈਂ ਸਮਝਾ ਦਿੰਨਾ ਕੀ ਬਣਨਾ। ਮਨ ਤੂੰ ਜੋਤ, ਬੋਲੋ ਮਨ ਤੂੰ ਜੋਤ ਸਰੂਪ ਹੈ। ਅੱਛਾ ਜੀ, ਮੈਂ ਰੱਬ ਦਾ ਰੂਪ ਆ? ਮੈਨੂੰ ਤੇ ਐ ਲੱਗਦਾ ਸੀ ਮੈਂ ਮਰਜ਼ੀਆਂ ਕਰਨਾ ਆ। ਕਹਿੰਦੇ ਨਾ 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 ਨਾ, ਭੁਲੇਖਾ ਲੱਗ ਗਿਆ ਤੈਨੂੰ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਫਿਰ ਸ਼ਬਦ ਵਰਤਣਗੇ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਫਿਰ ਇੱਕ ਹੋਰ ਸ਼ਬਦ ਵੇਖਿਓ, ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨੌਲਾ। ਰੰਗ ਮਾਣ, ਜ਼ਿੰਦਗੀ ਦਾ ਸਵਾਦ ਲੈ, ਮਜ਼ੇ ਲੈ ਜ਼ਿੰਦਗੀ ਦੇ। ਤੂੰ ਕਿੰਨੀਆਂ ਸਮੱਸਿਆਵਾਂ 'ਚ ਉਲਝ ਗਿਆ ਐਡੀ ਛੇਤੀ। ਬੱਚਾ ਬਣ। ਬਾਣੀ ਪੜ੍ਹੋਗੇ ਨਾ ਜਦੋਂ, ਤੇ ਬਾਣੀ 'ਚ ਬੜੇ ਸ਼ਬਦ ਐਸੇ ਆਉਣਗੇ ਜਿੱਥੇ ਗੁਰੂ ਸਾਹਿਬ ਕਹਿੰਦੇ ਕਿ ਨਿਆਣਾ ਬਣ ਕੇ ਰਿਹਾ ਕਰ, ਸਿਆਣਾ ਨਾ ਬਣਿਆ ਕਰ। ਸਿਆਣਾ ਬਣ ਕੇ ਤੂੰ ਫਾਹ ਪਾ ਲਈ ਨਾ ਗਾਲ ਆਪਣੇ। ਅਸੀਂ ਸਿਆਣੇ ਹੋਏ, ਸਮੱਸਿਆ ਬਣੀ ਨਾ ਸਾਡੀ, ਬਣੀਏ ਨਿਆਣੇ। ਨਿਆਣਪੁਣੇ ਵਿੱਚ ਵੀ ਬਹੁਤ ਅਕਲ ਹੈ, ਬਹੁਤ ਸੁੱਖ ਹੈ ਨਿਆਣਪੁਣੇ ਵਿੱਚ। ਭਾਈ ਗੁਰਦਾਸ ਜੀ ਨੇ ਇੱਕ ਜਗ੍ਹਾ ਤੇ ਐਗਜ਼ਾਮਪਲ ਵਰਤੀ ਹੈ, ਮਾਂ ਸਿਰਫ ਨਿਆਣੇ ਨੂੰ ਪਿਆਰ ਕਰਦੀ ਹੈ, ਸਿਆਣੇ ਨੂੰ ਪਿਆਰ ਨਹੀਂ ਕਰਦੀ। ਮਾਂ ਜਿੰਨਾ ਮਰਜ਼ੀ ਲਾਡ ਕਰ ਲੈ, ਜਿੰਨਾ ਲਾਡ ਉਸ ਬੱਚੇ ਨੂੰ ਕਰਦੀ ਹੈ ਜਿਹੜਾ ਉਹਦੀ ਗੋਦ ਵਿੱਚ ਖੇਡਦਾ ਆ, ਇੰਨਾ ਪਿਆਰ ਉਹ ਦੂਜੇ ਬੱਚਿਆਂ ਨੂੰ ਨਹੀਂ ਕਰਦੀ। ਗੁਰੂ ਵੀ ਤੇਰੀ ਮਾਂ ਵਾਂਗ ਹੈ, ਪਿਆਰ ਤਾਂ ਕਰੇਗਾ ਪਰ ਰਹਿਣਾ ਗੁਰੂ ਦੀ ਗੋਦ ਵਿੱਚ ਪਏਗਾ। ਗੋਦ ਚੋਂ ਬਾਹਰ ਨਿਕਲੇਗਾ ਨਹੀਂ ਪਿਆਰ ਕਰਨਗੇ ਗੁਰੂ ਸਾਹਿਬ। ਪਰ ਕਿਹਨੇ ਜਾਣਨਾ ਆ ਭਾਈ ਗੁਰਦਾਸ ਜੀ ਨੂੰ? ਇੱਥੇ ਅਗਲੇ ਗੁਰਦਾਸ ਮਾਨ ਤੋਂ ਖਹਿੜਾ ਛੁੱਟੇਗਾ ਤੇ ਭਾਈ ਗੁਰਦਾਸ ਨੂੰ ਜਾਣਨਗੇ ਨਾ ਲੋਕ। ਬੱਚਿਆਂ ਨੂੰ ਪੁੱਛ ਕੇ ਵੇਖੋ ਭਾਈ ਗੁਰਦਾਸ ਜੀ ਕੌਣ ਸੀ, ਪਤਾ ਆ ਉਹਨਾਂ ਨੂੰ? ਨਹੀਂ ਜਾਣ ਸਕਣਗੇ ਉਹ। ਮਹਿੰਗੇ ਬੰਦੇ ਪੈਸਿਆਂ ਦੁੱਖੋਂ ਪਰੇਸ਼ਾਨ ਹੋਏ ਪਏ ਆ, 12 18 ਘੰਟੇ ਕੰਮ ਕਰਨ ਵਾਲੇ, ਪਰ ਜਦੋਂ ਗਾਉਣ ਵਾਲੇ ਤੇ ਨਿਸ਼ਾਵਰ ਕਰਨੇ ਹੋਣ, ਪਤਾ ਨਹੀਂ ਕੀ ਹੋ ਜਾਂਦਾ ਸਾਡੇ ਸਮਾਜ ਨੂੰ। ਰਿਸ਼ਤੇਦਾਰੀਆਂ 'ਚ ਚਾਹ ਪੀਣ ਨਹੀਂ ਜਾਂਦੇ, ਘਰ ਆ ਜਾਏ ਉਹਨੂੰ ਚਾਹ ਨਹੀਂ ਪੁੱਛਦੇ, ਦਰਵਾਜ਼ਾ ਨਹੀਂ ਖੋਲਦੇ, ਫੋਨ ਨਹੀਂ ਚੁੱਕਦੇ। ਪਰ ਪਤਾ ਨਹੀਂ ਜਦੋਂ ਕਮਲ ਕੁੱਟਣ ਤੇ ਆਉਂਦੇ ਆ ਫਿਰ ਪੈਸਾ ਕਿਵੇਂ ਬਰਬਾਦ ਕਰ ਲੈਂਦੇ ਆ ਅਸੀਂ। ਹੱਡ ਭੰਨਵੀਂ ਮਿਹਨਤ ਕਰਕੇ ਕਿਉਂ ਅਜਾਈ ਗਵਾਉਣਾ ਹੈ ਆਪਣੀ ਕੀਮਤੀ ਸਰਮਾਏ ਨੂੰ? ਕਦੀ ਤੂੰ ਧਾਰਮਿਕ ਬੰਦਿਆਂ 'ਚ ਗਵਾ ਦਿੰਦਾ, ਕਿਸੇ ਦੇ ਚਰਨ ਪਵਾ ਕੇ ਉਹਨੂੰ ਪੈਸੇ ਦੇ ਤੇ, ਕਦੀ ਇਸ ਬੰਨੇ ਲਾ ਲੈ। ਆਪਣੇ ਆਪ ਤੇ ਵੀ ਕਰ ਲਿਆ ਕਰ ਧਿਆਨ ਕਿਤੇ। ਜਿਹਦੇ ਚਰਨ ਪੈ ਕੇ ਤੇਰੇ ਪੈਸੇ ਨਾਲ ਗੁਜ਼ਾਰਾ ਹੁੰਦਾ ਆ, ਉਹ ਜੇ ਤੇ ਉਹਦੇ ਚਰਨ ਪੈ ਕੇ ਤੁਹਾਡਾ ਭਲਾ ਹੁੰਦਾ, ਫਿਰ ਉਹ ਆਪਣੇ ਚਰਨ ਤੇ ਘਰੇ ਹੀ ਰਹਿੰਦੇ ਨੇ ਉਹਦੇ। ਉਹ ਸਾਡੀਆਂ ਜੇਬਾਂ ਵੱਲ ਕਿਉਂ ਵੇਂਦੇ ਨੇ? ਨਾਲੇ ਕਿਸੇ ਦੇ ਕੋਈ ਚਰਨ ਵੱਖਰੇ ਨਹੀਂ ਲਾਏ ਰੱਬ ਨੇ, ਸਾਰਿਆਂ ਦੇ ਇੱਕੋ ਜਿਹੇ ਚਰਨ ਲਾਏ ਨੇ। ਪਰ ਧਿਆਨ ਨਹੀਂ ਜਾਏਗਾ ਇੱਧਰ।
ਗੁੰਮਰਾਹ ਹੋਇਆ ਪਿਆ ਹੈ ਸਾਡਾ ਸਮਾਜ, ਬਹੁਤ ਮੁਸ਼ਕਲ ਬਣੀ ਪਈ ਹੈ। ਔਰ ਅਸੀਂ ਸੁੱਤੇ ਹੋਏ ਹਾਂ, ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਸਾਡੇ ਆਪਣੇ ਸਟੇਸ਼ਨ ਲੰਘ ਰਹੇ ਆ, ਅਸੀਂ ਰੋਂਗ ਦਿਸ਼ਾ ਵਿੱਚ ਦੌੜ ਰਹੇ ਹਾਂ। ਸੁੱਤਾ ਹੋਇਆ ਬੰਦਾ ਸਟੇਸ਼ਨ ਤੇ ਉਤਰਨਾ ਸੀ, ਅੱਖ ਲੱਗ ਗਈ, ਅਗਲੇ ਸਟੇਸ਼ਨ ਤੇ ਜਾ ਪਹੁੰਚਿਆ, ਉਹ ਕਹਿੰਦਾ ਮੈਂ ਉਤਰਿਆ ਨਹੀਂ, ਕਹਿੰਦਾ ਤੂੰ ਸੌਂ ਗਿਆ ਹੋਣਾ ਆ ਤਾਂ ਤੇਰਾ ਸਟੇਸ਼ਨ ਲੰਘ ਗਿਆ, ਨਹੀਂ ਤੇ ਉਤਰ ਜਾਣਾ ਸੀ ਤੂੰ ਆਪਣੇ ਸਟੇਸ਼ਨ ਤੇ। ਕਿਉਂ ਸੁੱਤੇ ਆ ਅਸੀਂ, ਕਿਉਂ ਨਹੀਂ ਜਾਗਦੇ? ਮੇਰੇ ਮਨਾ ਰੱਬ ਦਾ ਰੂਪ ਬਣ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਗੁਰੂ ਦੀ ਮੱਤ ਲੈ ਕੇ ਰੰਗ ਮਾਣਿਆ ਕਰ, ਜ਼ਿੰਦਗੀ ਦਾ ਟੇਸਟ ਲਿਆ ਕਰ, ਜ਼ਿੰਦਗੀ ਦਾ ਸਵਾਦ ਲਿਆ ਕਰ। ਬਸ ਫਿਰ ਸਵਾਦ ਲੈਣ ਦੀ ਜਾਚ ਜਦੋਂ ਆ ਜਾਏਗੀ, ਫਿਰ ਤੈਨੂੰ ਪਤਾ ਲੱਗੇਗਾ ਮੇਰੇ ਮਨਾ ਰੱਬ ਦੇ। ਪਰ ਹੋਇਆ ਕੀ ਹੈ, ਮਨ ਚਾਹਤ ਕਛ ਔਰ, ਮਨ ਕੁਛ ਹੋਰ ਹੀ ਕਰਦਾ ਹੈ। ਨਰ ਚਾਹਤ, ਮਾਫ ਕਰਿਓ, ਨਰ ਚਾਹਤ ਕਛ ਔਰ, ਔਰੇ ਕੀ ਔਰੇ ਪਈ। ਨਰ ਚਾਹੁੰਦਾ ਕੁਝ ਹੋਰ ਹੈ, ਹੁੰਦਾ ਕੁਝ ਹੋਰ ਹੈ। ਤੂੰ ਚਾਹੁੰਦਾ ਹੋਵੇਂ ਜੋ ਹੋ ਨਹੀਂ ਸਕਦਾ। ਉਹ ਇਸ ਕਰਕੇ ਸੋਚਦਾ ਹੈ ਕਿਉਂਕਿ ਫੈਸਲਾ ਗੁਰੂ ਦੀ ਮੱਤ ਵਿੱਚੋਂ ਨਹੀਂ ਲੈਂਦੇ ਅਸੀਂ। ਕਿੰਨਾ ਸਵਾਲ ਕੀਤਾ ਸਿੱਖਾਂ ਨੇ, ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਸਚਿਆਰਾ ਹੋਈ ਹੈ। ਸਾਰੀ ਸਿੱਖ ਜਗਤ ਇਹ ਕਹਿ ਰਿਹਾ ਗੁਰੂ ਸਾਹਿਬ ਸਚਿਆਰੇ ਕਿਵੇਂ ਹੋਵਾਂਗੇ? ਗੁਰੂ ਸਾਹਿਬ ਕਹਿੰਦੇ ਹੁਕਮ ਰਜਾਈ ਚੱਲਣਾ ਬਸ। ਕਹਿੰਦੇ ਨਹੀਂ ਬਾਬਾ ਅਸੀਂ ਥੋੜੀ ਚੱਲ ਸਕਦੇ ਆ। ਫਿਰ ਸਵਾਲ ਕਿਉਂ ਕਰਦਾ ਆ? ਜੇ ਤੂੰ ਚੱਲ ਹੀ ਨਹੀਂ ਸਕਦਾ, ਜੇ ਤੇਰੇ ਵੱਸ ਹੀ ਨਹੀਂ ਗੱਲ, ਫਿਰ ਸਵਾਲ ਕਿਉਂ ਕਰਦਾ ਆ ਰੋਜ਼? ਤੇ ਜੇ ਸਵਾਲ ਕਰਦਾ ਫਿਰ ਪ੍ਰੈਕਟਿਸ ਕਰ, ਥੋੜੀ ਅਭਿਆਸ ਕਰ, ਥੋੜਾ ਜਿਹਾ ਚੱਲ ਕੇ ਵੇਖ ਕਿਵੇਂ ਸਚਿਆਰਾ ਹੋਈ ਹੈ। ਕਿਉਂ ਕੂੜੇ ਟੁੱਟੇ ਪਾਲ, ਬਾਬੇ ਨੇ ਸ਼ਬਦ ਵਰਤੇ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੇ ਨਾਨਕ ਜੀ, ਜਿਹਨੂੰ ਹੁਕਮ ਵਿੱਚ ਚੱਲਣਾ ਆ ਗਿਆ ਉਹ ਹਰ ਵੇਲੇ ਹੀ ਸੌਖਾ ਰਹਿ ਸਕਦਾ ਆ, ਜਿਹਨੂੰ ਹੁਕਮ ਵਿੱਚ ਚੱਲਣਾ ਨਹੀਂ ਆਇਆ ਉਹ ਸੌਖਾ ਨਹੀਂ ਰਹਿ ਸਕਦਾ। ਸੋ ਮਨ ਖੁਟਹਰ ਦੀ ਜਗ੍ਹਾ ਤੇ ਮਨ ਗਧੇ ਨੂੰ, ਮਨ ਨੂੰ ਰੱਬ ਦਾ ਰੂਪ ਬਣਾਈਏ। ਦੋਵੇਂ ਪੱਖ ਆਏ ਬਾਣੀ 'ਚ, ਇੱਕ ਮਨ ਗਧੇ ਵਰਗਾ ਆ, ਮਨ ਚੰਚਲ ਹੈ, ਮਨ ਚਲਾਕੀਆਂ ਕਰਦਾ ਆ। ਦੂਜਾ ਰੂਪ ਬਾਣੀ ਵਿੱਚ ਆਇਆ, ਮਨ ਤਾਂ ਰੱਬ ਦਾ ਸਰੂਪ ਹੈ, ਤੂੰ ਚਲਾਕੀਆਂ ਨਾਲ ਬਣਾ ਇੱਦਾਂ ਦਾ ਦਿੱਤਾ ਆ। ਹੁਣ ਸੋਚੋ, ਜੇ ਸਾਰਿਆਂ ਦਾ ਮਨ ਰੱਬ ਦਾ ਰੂਪ ਬਣ ਜਾਏ, ਤੁਸੀਂ ਸੋਚ ਕੇ ਵੇਖੋ ਇੱਕ ਸੈਕਿੰਡ ਲਈ। ਚਲੋ ਬਾਕੀਆਂ ਕੋਲ ਤਾਂ ਇਹ ਸ਼ਬਦ ਨਹੀਂ ਨਾ ਹੈਗੇ, ਬਾਣੀ ਨਹੀਂ ਹੈ, ਉਹਨਾਂ ਨੂੰ ਪਤਾ ਨਹੀਂ ਹੈ। ਜਿੱਦਣ ਗੋਰਿਆਂ ਨੂੰ ਸਮਝ ਲੱਗੇਗੀ ਵੀ ਗੁਰੂ ਗ੍ਰੰਥ ਸਾਹਿਬ 'ਚ ਤਾਂ ਇੱਦਾਂ ਲਿਖਿਆ, ਅਗਲੇ ਹੈਰਾਨ ਨਹੀਂ ਹੋਣਗੇ, ਅੱਛਾ ਜੀ ਐਂ ਲਿਖਿਆ ਹੈ ਗੁਰੂ ਗ੍ਰੰਥ, ਅਸੀਂ ਦੱਸ ਪਾਵਾਂਗੇ ਕਦੀ ਉਹਨਾਂ ਨੂੰ? ਅਮਰੀਕਾ ਦੇ ਰਿਸਰਚਰ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵੇਖਦੇ ਨੇ, ਪਰਲਸ ਬਕ ਵਰਗੇ ਰਿਸਰਚਰ ਕਹਿੰਦੇ ਦੁਨੀਆ ਦੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਦੁਨੀਆ ਤੇ ਲਾਗੂ ਕਰ ਦਿਓ, ਹਰ ਸਮੱਸਿਆ ਦਾ ਹੱਲ ਹੋ ਜਾਏਗਾ। ਸਿੱਖਾਂ ਨੂੰ ਕਿੱਦਣ ਸਮਝ ਲੱਗੇਗੀ ਇਹ ਗੱਲ? ਕਿੱਦਣ ਕਿਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਬਾਰੇ, ਉਹ ਬੰਦੇ ਜਿਨ੍ਹਾਂ ਨੇ ਕਦੀ ਕਦੀ ਮੱਥਾ ਟੇਕਿਆ, ਸਾਰੇ ਧਰਮਾਂ ਦੀ ਗ੍ਰੰਥਾਂ ਦੀ ਸਟੱਡੀ ਕਰਨ ਵਾਲਾ ਬੰਦਾ, ਜਿਹਨੇ ਘੋ ਕੇ ਗ੍ਰੰਥਾਂ ਨੂੰ ਘੋਲ ਕੇ ਪੀ ਲਿਆ, ਪਰ ਜਿੱਦਣ ਮੂਲ ਮੰਤਰ ਪੜ੍ਹੇ ਉਸ ਬੰਦੇ ਨੇ, ਮੂਲ ਮੰਤਰ ਪੜ੍ਹਨ ਤੋਂ ਬਾਅਦ ਕਹਿੰਦਾ ਅੱਜ ਤੱਕ ਕੂੜ ਪੜ੍ਹਦਾ ਰਿਹਾ, ਸੱਚ ਤੇ ਹੁਣ ਪੜ੍ਹਨ ਨੂੰ ਮਿਲਿਆ। ਜਦੋਂ ਸੱਚ ਪੜ੍ਹਿਆ, ਕੂੜ ਦੇ ਪੁਲੰਦੇ ਸਾਰੇ ਲਾ ਕੇ ਪਰੇ ਮਾਰੇ, ਕੋਈ ਕੂੜ ਪੱਲੇ ਨਹੀਂ ਰਹਿ ਗਿਆ, ਸਾਰੀਆਂ ਡਿਗਰੀਆਂ ਨੂੰ ਅੱਗ ਲਾ ਕੇ ਸੜਤਾ ਉਸ ਬੰਦੇ ਨੇ ਇੱਕ ਮੂਲ ਮੰਤਰ ਪੜ੍ਹ ਕੇ। ਮੇਰੀ ਕੌਮ ਨੂੰ ਕਿੱਦਣ ਅਹਿਸਾਸ ਹੋਏਗਾ ਵੀ ਅਸੀਂ ਕਿੱਡੇ ਮਹਾਨ ਗ੍ਰੰਥ ਨੂੰ ਸਜਦਾ ਕਰਦੇ ਹਾਂ ਰੋਜ਼। ਉਹਦਾ ਨਾਮ ਸੀ ਤੀਰਥ ਰਾਮ ਦੰਡੀ ਸੰਨਿਆਸੀ। ਤੇ ਉਹਨੂੰ ਪੁੱਛਿਆ ਦੁਨੀਆ 'ਚ ਗ੍ਰੰਥ ਕਿਹੜਾ ਮਹਾਨ ਹੈ? ਉਹ ਕਹਿੰਦਾ ਸਰਵੋਤਮ ਧਰਮ ਤੇ ਸਰਵੋਤਮ ਗ੍ਰੰਥ, ਸਭ ਤੋਂ ਉੱਤਮ ਜੇ ਕੋਈ ਗ੍ਰੰਥ ਹੈ ਦੁਨੀਆ 'ਚ ਉਹ ਗੁਰੂ ਗ੍ਰੰਥ ਸਾਹਿਬ ਹੈ। ਸਭ ਤੋਂ ਉੱਤਮ ਕੋਈ ਪੰਥ ਹੈ ਦੁਨੀਆ ਵਿੱਚ ਤਾਂ ਉਹ ਸਿੱਖ ਪੰਥ ਹੈ। ਤੇ ਉਹਨੂੰ ਸਵਾਲ ਕੀਤਾ ਇਹ ਕਿਉਂ ਇੰਨਾ? ਹਾਲਾਂਕਿ ਸਿੱਖਾਂ ਘਰ ਨਹੀਂ ਸੀ ਜੰਮਿਆ, ਕਿਸੇ ਸਿੱਖ ਮਾਂ ਨੇ ਲੋਰੀ ਨਹੀਂ ਸੀ ਦਿੱਤੀ ਉਹਨੂੰ, ਕਿਸੇ ਗੁਰਦੁਆਰੇ ਵਿੱਚ ਉਹ ਨਿਤ ਨਹੀਂ ਸੀ ਆਉਂਦਾ। ਸਾਰੀ ਜ਼ਿੰਦਗੀ ਉਹਨੇ ਬੁਢੇਪੇ ਵਿੱਚ 60 ਸਾਲਾਂ ਤੋਂ ਬਾਅਦ ਆਇਆ ਸੀ ਇਸ ਬੰਨੇ। ਉਹ ਸਾਰੀ ਜ਼ਿੰਦਗੀ ਉਹਨੇ ਦੂਜੇ ਧਰਮਾਂ ਦੇ ਗ੍ਰੰਥਾਂ ਨੂੰ ਪੜ੍ਹਦਿਆਂ ਕੱਢੀ ਸੀ। ਅੱਜ ਉਹਦਾ ਨਾਮੋ ਨਿਸ਼ਾਨ ਮਿਟਾਇਆ ਜਾ ਰਿਹਾ, ਕਿਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਾ ਦੱਸ ਦਿੱਤਾ ਜਾਏ। ਸਾਡੀ ਸ਼੍ਰੋਮਣੀ ਕਮੇਟੀ ਇਤਿਹਾਸ ਦੀ ਇਹ ਕਿਤਾਬ ਛਾਪਦੀ ਹੁੰਦੀ ਸੀ, ਪਿਛਲੇ 5 ਸਾਲਾਂ ਤੋਂ ਉਹਨਾਂ ਇਹ ਕਿਤਾਬ ਛਾਪਣੀ ਬੰਦ ਕਰ ਦਿੱਤੀ ਹੈ। ਇਹ ਨਹੀਂ ਛਾਪਣਾ ਅਸੀਂ, ਹੁਣ ਨਹੀਂ ਛਾਪਦੇ ਉਹ। ਚੰਗੀਆਂ ਕਿਉਂ ਛਾਪਣਗੇ? ਭੈੜੀਆਂ ਛਪਾਉਣੀਆਂ ਹੋਣ ਦੱਸੋ, ਛਾਪ ਦੇਣਗੇ ਬਥੇਰੀਆਂ ਉਹ।
ਜਿਹਦੇ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧ ਵਿੱਚ ਜੇ ਗੱਲ ਜਾਂਦੀ ਹੋਵੇ, ਸਿੱਖ ਇਤਿਹਾਸ ਦੀ ਕਿਤਾਬ ਲਿਖੀ, ਸਾਰਾ ਊਲ ਜਲੂਲ ਗੁਰੂ ਸਾਹਿਬ ਜੀ ਦੇ ਬਾਰੇ ਉਹਦੇ ਵਿੱਚ ਲਿਖਿਆ। ਉਹ ਸ਼੍ਰੋਮਣੀ ਕਮੇਟੀ ਛਾਪਦੀ ਰਹੇ, ਦਵਾਈਆਂ ਦੇ ਦੇ ਕੇ ਲੋਕਾਂ ਨੇ ਬੰਦ ਕਰਾਈ ਵੀ ਉਹਨੂੰ ਬੰਦ ਕਰ ਦਿਓ। ਜਿਹੜੀ ਛਾਪਣੀ ਚਾਹੀਦੀ ਸੀ ਉਹ ਬੰਦ ਕਰਤੀ, ਜਿਹੜੀ ਬੰਦ ਕਰਨੀ ਚਾਹੀਦੀ ਸੀ ਉਹ ਛਾਪੀ ਜਾ ਰਹੀ ਹੈ। ਸੁੱਤੇ ਹਾਂ ਅਸੀਂ, ਜਾਗੀਏ। ਮਹਾਰਾਜ ਸਤਿਗੁਰੂ ਜੀ ਸ਼ਬਦ ਵਰਤਦੇ, ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸ਼ਨ। ਮੇਰੇ ਮਨਾ ਤੇਰੇ ਅੰਦਰ ਪ੍ਰੀਤ ਹੋਵੇ ਪ੍ਰਭੂ ਦੇ ਚਰਨ ਪਰਸ਼ਨ ਦੀ, ਮਨ ਦੀ ਪ੍ਰੀਤ ਬਣੇ ਸਾਡਾ ਮਨ ਅੰਦਰੋਂ ਤਿਆਰੀ ਕਰੇ ਇਹਦੀ, ਮਨ ਨੂੰ ਸਮਝ ਲੱਗੇ ਇਹ ਗੱਲ। ਤਨ ਨਹੀਂ, ਤਨ ਪ੍ਰਵਾਨ ਹੋ ਜਾਏਗਾ, ਤਨ ਮਨ ਨਾਲ ਚੱਲਣਾ ਹੈ। ਤਨ ਨਾਲ ਮਨ ਨਹੀਂ ਚੱਲਦਾ, ਮਨ ਨਾਲ ਤਨ ਚੱਲਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਵੇਖੋ ਸ਼ਬਦ, ਸਤਿਗੁਰੂ ਜੀ ਹੁਕਮ ਕਿਵੇਂ ਸਮਝ ਆਏਗਾ। ਤਨ, ਮਨ, ਧਨ, ਤਿੰਨੇ ਚੀਜ਼ਾਂ ਆਈਆਂ। ਤਨ, ਮਨ, ਧਨ ਸਭ ਸੌਂਪ ਗੁਰ ਕੋ, ਸਭ ਕੁਝ ਸੌਂਪ ਗੁਰੂ ਸਾਹਿਬ ਜੀ ਨੂੰ। ਹੁਕਮ ਮੰਨੇ ਪਾਈਐ। ਜਦੋਂ ਗੁਰੂ ਦਾ ਹੁਕਮ ਮੰਨਿਆ ਜਾਏ ਫਿਰ ਪ੍ਰਮਾਤਮਾ ਜੀ ਸਾਨੂੰ ਮਿਲ ਜਾਂਦੇ ਆ। ਤੇ ਜਦੋਂ ਅਸੀਂ ਪ੍ਰਮਾਤਮਾ ਨੂੰ ਮਿਲਦੇ ਹਾਂ, ਅਸੀਂ ਪ੍ਰਮਾਤਮਾ ਦਾ ਰੂਪ ਬਣਦੇ ਹਾਂ। ਰੱਬ ਜੀ ਵਾਲੇ ਗੁਣ ਸਾਡੀ ਜ਼ਿੰਦਗੀ ਦਾ ਹਿੱਸਾ ਬਣਦੇ ਨੇ। ਐਵੇਂ ਥੋੜੀ ਗੁਰੂ ਸਾਹਿਬਾਨਾਂ ਨੂੰ ਸਾਰਿਆਂ ਨੇ ਰੱਬ ਦਾ ਰੂਪ ਕਿਹਾ ਆ, ਹੋਰ ਨਹੀਂ ਕਿਸੇ ਨੂੰ ਕਹਿ ਦਿੱਤਾ। 11 ਦੇ 11 ਭੱਟ ਸਾਹਿਬਾਨ ਜਿਹੜੇ ਬ੍ਰਾਹਮਣ ਵੀਰ ਸਨ, ਬਹੁਤ ਗਿਆਨੀ ਬੰਦੇ ਸਨ, ਉਹ ਕਿਸੇ ਹੋਰ ਨੂੰ ਰੱਬ ਨਹੀਂ ਕਿਹਾ। ਉਹ ਕਹਿੰਦੇ ਜੇ ਰੱਬ ਧਰਤੀ ਤੇ ਵੇਖਣਾ ਆ ਤਾਂ ਉਹ ਗੁਰੂ ਨਾਨਕ ਸਾਹਿਬ ਹੀ ਵੇਖੇ ਜਾ ਸਕਦੇ ਆ, ਬਾਕੀ ਰੱਬ ਨਹੀਂ ਹਨ। ਬਾਕੀ ਰੱਬ ਦੇ ਨਾਂ ਤੇ ਸ਼ਬਦ ਵੇਖੋ ਕਿੱਡੇ ਪਿਆਰੇ ਵਰਤੇ ਉਹਨਾਂ ਨੇ। ਉਹ ਕਹਿੰਦੇ ਬਰਸ ਏਕ ਹੋਂ ਫਿਰਿਓ ਕਿਨੇ ਨਹ ਪਰਚੋ ਲਾਇਓ। ਸਾਲਾਂ ਬੱਧੀ ਫਿਰਦੇ ਰਹੇ ਆ ਅਸੀਂ, ਕਹਿਤਿਓ ਕਾਹਤ ਸੁਣੀ ਰਾਹਤ ਕੋ ਖੁਸ਼ੀ ਨਾ ਆਇਓ। ਇੱਥੇ ਬੜੇ ਰੱਬ ਬਣੇ ਫਿਰਦੇ ਸਨ, ਪਰ ਰੱਬ ਸੁਣਿਆ ਜ਼ਰੂਰ ਹੈ ਵੀ ਉਹਨਾਂ ਨੂੰ ਰੱਬ ਕਿਹਾ ਜਾਂਦਾ, ਪਰ ਜਦੋਂ ਉਹਨਾਂ ਦੀ ਰਹਿਤ ਵੇਖੀ, ਕਰਨੀ ਵੇਖੀ, ਕੰਮ ਵੇਖੇ, ਉਦੋਂ ਕੋਈ ਵੀ ਗੱਲ ਉਹਨਾਂ ਵਿੱਚ ਰੱਬ ਵਾਲੀ ਨਹੀਂ ਸੀ। ਤੇ ਕਿੱਥੇ ਸੀ ਰੱਬ ਵਾਲੀ ਗੱਲ? ਉਹ ਰੱਬ ਵਾਲੀ ਗੱਲ ਸੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵਿੱਚ। ਜੇ ਭੱਟਾਂ ਦੀ ਨਿਗਾਹ ਨਾਲ ਵੇਖਣਾ ਹੋਵੇ ਤੇ ਭੱਟ ਸਾਹਿਬਾਨ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਲੱਗਦਾ ਗੁਰੂ ਨਾਨਕ ਵਿੱਚ ਤੇ ਰੱਬ ਵਿੱਚ। ਸਾਨੂੰ ਜੇ ਕੋਈ ਪੁੱਛੇ ਤੇ ਅਸੀਂ ਤੇ ਰੱਬ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਮੰਨਦੇ ਹਾਂ। ਸਾਨੂੰ ਕੋਈ ਕਵੇ ਰੱਬ ਵੇਖਣਾ ਆ, ਅਸੀਂ ਕਹਿੰਦੇ ਜਿਹਨੇ ਨਾਨਕ ਜੀ ਵੇਖ ਲਏ, ਰੱਬ ਤੋਂ ਲੈਣਾ ਕੀ ਉਹਨਾਂ ਨੇ, ਰੱਬ ਹੀ ਹੈ ਬਸ ਸਾਡੇ ਵਾਸਤੇ। ਅਸੀਂ ਝਮੇਲੇ 'ਚ ਹੀ ਨਹੀਂ ਪੈਂਦੇ ਇਸ ਦੇ। ਸਾਡੇ ਸਾਹਮਣੇ ਸਾਖਸ਼ਾਤ ਰੱਬ ਬੈਠੇ ਆ, ਪਰ ਸਾਨੂੰ ਸਮਝ ਨਹੀਂ ਲੱਗ ਰਹੀ, ਜਾਂ ਸਾਡਾ ਧਿਆਨ ਉਸ ਬੰਨੇ ਨਹੀਂ ਜਾ ਪਾ ਰਿਹਾ, ਜਾਂ ਸਾਨੂੰ ਸਮਝਾਉਣ ਵਾਲੇ ਇਸ ਬੰਨੇ ਨਹੀਂ ਤੋਰ ਪਾ ਰਹੇ। ਰੱਬ ਦੀ ਪੂਜਾ ਕਰਨ ਵਾਲੇ ਬੰਦੇ, ਰੱਬ ਦੇ ਚਰਨਾਂ ਵਿੱਚ ਰੋਜ਼ ਬਹਿਣ ਵਾਲੇ ਬੰਦੇ, ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਏ। ਬਾਣੀ ਰੱਬ ਦਾ ਹੀ ਰੂਪ ਹੈ ਤੇਰੇ ਕੋਲ, ਰੋਜ਼ ਤੂੰ ਰੱਬ ਦੀ ਗੋਦ ਵਿੱਚ ਬੈਠਦਾ ਹੈ। ਤੇਰੇ ਸੁਭਾਅ ਵਿੱਚ ਰੱਬ ਵਾਲੀਆਂ ਗੱਲਾਂ ਕਦੋਂ ਆਉਣਗੀਆਂ, ਇਹ ਤੈਨੂੰ ਧਿਆਨ ਦੇਣਾ ਪੈਣਾ। ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸ਼ਨ। ਮੇਰੇ ਮਨਾ ਪ੍ਰੀਤ ਬਣਾ ਪ੍ਰਭੂ ਦੇ ਚਰਨ ਪਰਸ਼ਨ ਦੀ। ਪ੍ਰਭੂ ਦੇ ਚਰਨ ਕੀ ਨੇ? ਰੱਬ ਦੇ ਚਰਨ। ਹੁਣ ਬੰਦਿਆਂ ਦੇ ਤੇ ਚਰਨ ਵੇਖੇ ਜਾ ਸਕਦੇ, ਰੱਬ ਦੇ ਚਰਨ ਕੀ ਹੋਣਗੇ? ਰੱਬ ਜੀ ਦੀ ਵਿਚਾਰਧਾਰਾ ਕਿੱਥੋਂ ਮਿਲਦੀ ਹੈ? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ। ਬੜੇ ਤਰ੍ਹਾਂ ਦੇ ਰੱਬ ਨੇ ਇੱਥੇ ਵੱਡੇ ਵੱਡੇ ਫਿਲਾਸਫਰਾਂ ਦਾ ਮੰਨਣਾ ਆ। ਦੁਨੀਆ 'ਚ ਜਿਹੜੇ ਬੰਦੇ ਅੱਜ ਆਪਣੇ ਆਪ ਨੂੰ ਬਹੁਤ ਮਹਾਨ ਮੰਨਦੇ ਆ, ਐਤਵਾਰ ਕਿੱਥੋਂ ਆਇਆ ਪੁੱਛ ਕੇ ਵੇਖਿਓ, ਉਹਨਾਂ ਦੀ ਫਿਲਾਸਫੀ ਮੰਨਦੀ ਹੈ ਰੱਬ ਨੂੰ ਧਰਤੀ ਬਣਾਉਣ ਲਈ 6 ਦਿਨ ਲੱਗੇ, ਤੇ 6 ਦਿਨ ਰੱਬ ਨੇ ਧਰਤੀ ਬਣਾਈ, 7ਵੇਂ ਦਿਨ ਰੱਬ ਨੇ ਆਰਾਮ ਕੀਤਾ। ਉਹਨੂੰ ਸੰਡੇ ਕਹਿੰਦੇ ਨੇ, ਉਹਨੂੰ ਐਤਵਾਰ ਕਹਿੰਦੇ ਨੇ। ਐਤਵਾਰ ਰੱਬ ਥੱਕ ਗਿਆ ਸੀ ਸ੍ਰਿਸ਼ਟੀ ਬਣਾ ਕੇ, ਤੇ ਫਿਰ ਉਹਨੂੰ ਛੁੱਟੀ ਕਰਨੀ ਪਈ ਐਤਵਾਰ ਦੀ। ਤਾਂ ਅਜੇ ਤੱਕ ਇਹ ਐਤਵਾਰ ਦੀ ਛੁੱਟੀ ਚੱਲਦੀ ਹੈ, ਕਿਉਂਕਿ ਸ੍ਰਿਸ਼ਟੀ ਬਣਾਉਣ ਵਾਲੇ ਦਾ ਜ਼ੋਰ ਬਹੁਤ ਲੱਗਾ ਸੀ ਸ੍ਰਿਸ਼ਟੀ ਬਣਾਉਣ ਤੇ, ਉਹਨੂੰ ਆਰਾਮ ਕਰਨਾ ਪਿਆ। ਇਸ ਬਾਪੂ ਤੋਂ ਪੁੱਛੋਗੇ ਤੇ ਗੁਰੂ ਸਾਹਿਬ ਕਹਿੰਦੇ ਜੇ ਉਹ ਬਣਾਉਣ ਲਈ ਐਤਵਾਰ 7 ਦਿਨ ਲੱਗੇ ਨੇ, ਫਿਰ ਕਿਸੇ ਦਿਨ ਨਾਸ਼ ਵੀ ਹੋ ਜਾਏਗੀ। ਗੁਰੂ ਸਾਹਿਬ ਜੀ ਨੂੰ ਪੁੱਛੋਗੇ, ਗੁਰੂ ਸਾਹਿਬ ਜੀ ਕਹਿੰਦੇ ਕੋਈ ਪਤਾ ਨਹੀਂ ਇੱਥੇ, ਜਾਂ ਕਰਤਾ ਸੇਠੀ ਕੋ ਸਾਜੇ ਆਪੇ ਜਾਣੇ ਸੋਏ। ਤੂੰ ਇਹ ਨਾ ਵੇਖ ਸ੍ਰਿਸ਼ਟੀ ਕਦੋਂ ਸਾਜੀ ਹੈ, ਇਹ ਵੇਖ ਤੇਰੀ ਕੀ ਜ਼ਿੰਮੇਵਾਰੀ ਹੈ। ਸ੍ਰਿਸ਼ਟੀ 'ਚ ਆਪਣਾ ਰੋਲ ਲੱਭ, ਆਪਣੀ ਜ਼ਿੰਮੇਵਾਰੀ ਲੱਭ, ਤੇਰੀ ਕੀ ਹੈ। ਇਹ ਤੇਰਾ ਵਿਸ਼ਾ ਨਹੀਂ ਹੈ।
खोजण तुर जाए तुसी धरती कदों बनी, कित्थों बनी, की होया। इदां दीयां रिसर्चां बहुत चलदी। ਚੱਲਣ ਦੇ तूं ਤਾਂ ਆਪਣੀ ਖੋਜ ਹੀ ਕਰਿਆ ਕਰ, ਬਸ ਆਪਣੇ ਆਪ ਨੂੰ ਖੋਜਿਆ ਕਰ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਤੇਰੀਆਂ ਪਰੇਸ਼ਾਨੀਆਂ ਤੇਰੇ ਅੰਦਰ ਨੇ, ਤੇਰੀਆਂ ਪਰੇਸ਼ਾਨੀਆਂ ਦਾ ਹੱਲ ਤੇਰੇ ਕੋਲ ਹੈ। ਇਸ ਕਰਕੇ ਆਪਣੇ ਅੰਦਰੋਂ ਪਰੇਸ਼ਾਨੀਆਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ। ਇਹ ਖੋਜਣ ਨਾ ਤੁਰ ਪਈ ਦੁਨੀਆ ਦਾ ਕੀ ਬਣੇਗਾ, ਇੱਧਰ ਕੀ ਹੋਏਗਾ, ਉੱਧਰ ਕੀ ਹੋਏਗਾ। ਸਾਰਾ ਜ਼ੋਰ ਸਾਡਾ ਕਈ ਵਾਰ ਸਾਡੇ ਸਕਾਲਰਾਂ ਦਾ ਵੀ ਇਸ ਬੰਨੇ ਲੱਗ ਜਾਂਦਾ, ਸਾਡੇ ਕਰਮ ਵਿਧਾਤਿਆਂ ਦਾ ਜ਼ੋਰ ਵੀ ਇੱਧਰ ਲੱਗ ਜਾਂਦਾ। ਗੁਰੂ ਸਾਹਿਬ ਕਹਿੰਦੇ ਬਸ ਤੂੰ ਆਪਣੇ ਆਪ ਨੂੰ ਖੋਜਿਆ ਕਰ, ਆਪਣੇ ਆਪ ਨੂੰ ਲੱਭਿਆ ਕਰ, ਆਪਣੇ ਆਪ ਨੂੰ ਠੀਕ ਕਰਿਆ ਕਰ। ਆਪ ਸਵਾਰੈ ਮੈਂ ਮਿਲਣਾ, ਬਾਣੀ 'ਚ ਲਿਖਿਆ ਰੱਬ ਨੂੰ ਮਿਲਣਾ ਹੈ। ਕਿਵੇਂ ਮਿਲਿਆ ਜਾ ਸਕਦਾ? ਤੁਸੀਂ ਚਲੇ ਜਾਓ ਬੰਦਿਆਂ ਕੋਲ, ਕੋਈ ਕਹੇਗਾ ਸਾਡੇ ਕੋਲ ਆਓ, ਉੱਥੇ ਆਓ, ਆਹ ਕਰੋ, ਫਿਰ ਰੱਬ ਮਿਲੇਗਾ। ਐਸ ਬਾਪੂ ਕੋਲ ਆਓ, ਗੁਰੂ ਸਾਹਿਬ ਜੀ ਰੱਬ ਨੂੰ ਮਿਲਣਾ ਚਾਹੁੰਦੇ ਆ, ਕਿਵੇਂ ਮਿਲੇਗਾ ਰੱਬ? ਗੁਰੂ ਸਾਹਿਬ ਕਹਿੰਦੇ ਆਪ ਸਵਾਰੈ ਮੈਂ ਮਿਲਣਾ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਆਪਾ ਸਵਾਰ ਰੱਬ ਮਿਲ ਜਾਏਗਾ। ਆਪਣੇ ਆਪ ਤੇ ਕੰਮ ਕਰਨਾ ਸ਼ੁਰੂ ਕਰ ਦੇ। ਜੇ ਆਪ ਨਹੀਂ ਕਹੋ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭ੍ਰਮ ਕੀ ਕਾਈ। ਤੇਰੇ ਅੰਦਰ ਭ੍ਰਮ ਦੀ ਕਾਈ ਖਤਮ ਨਹੀਂ ਹੋ ਸਕਦੀ ਆਪਾ ਚੀਨਣ ਤੋਂ ਬਿਨਾ। ਮੇਰੇ ਮਨਾ ਆਪਣੇ ਆਪ ਨੂੰ ਖੋਜਿਆ ਕਰ, ਪ੍ਰਭੂ ਦੇ ਚਰਨ ਪਰਸਿਆ ਕਰ। ਮਨ ਪ੍ਰਭੂ ਦੇ ਚਰਨ ਪਰਸੇ। ਹੁਣ ਵੇਖੋ, ਮਨ ਤੇ ਪ੍ਰਭੂ ਦੇ ਚਰਨ। ਮਨ ਨਾ ਕੋਈ ਮਨ ਵਸਤੂ ਹੈ ਤੇ ਨਾ ਚਰਨ ਵਸਤੂ ਨੇ। ਮਨ ਖਿਆਲ ਹੈ ਤੇ ਗੁਰੂ ਦੇ ਖਿਆਲ ਸਾਡੇ ਮਨ ਦੇ ਖਿਆਲ ਨਾਲ ਰਲ ਜਾਣ, ਇਹਨੂੰ ਚਰਨ ਪਰਸਣਾ ਕਹਿੰਦੇ ਹਨ। ਸਮਝੀਏ ਇਸ ਗੱਲ ਨੂੰ। ਅਦਰਵਾਈਜ਼ ਗੁਰੂ ਦੇ ਪੈਰ ਨਹੀਂ ਲੱਭਣਗੇ ਕਦੇ ਵਾਸਤੇ ਵੀ, ਨਾ ਗੁਰੂ ਦੇ ਚਰਨ ਲੱਭਣਗੇ। ਇਹਦੇ ਤੇ ਆਪਾਂ ਚਰਚਾ ਕਰ ਚੁੱਕੇ ਹਾਂ, ਇਸ ਕਰਕੇ ਮੈਂ ਉਹਦੀ ਡਿਟੇਲ 'ਚ ਨਹੀਂ ਜਾਂਦਾ। ਰਸਨਾ ਹਰ ਹਰ ਭੋਜਨ ਤ੍ਰਿਪਤਾਨੀ। ਮੇਰੀ ਰਸਨਾ ਦੀ ਖੁਰਾਕ ਬਣ ਜਾਏ ਰੱਬੀ ਗੁਣ। ਰਸਨਾ ਗੁਣ ਗੋਪਾਲ ਨਿਧ ਗਾਇਣ। ਮੇਰੀ ਰਸਨਾ ਰੱਬ ਦੇ ਗੁਣਾਂ ਨੂੰ ਗਾਵੇ, ਤੇ ਰੱਬ ਦੇ ਗੁਣਾਂ ਨੂੰ ਗਾਉਂਦਿਆਂ ਗਾਉਂਦਿਆਂ ਹੌਲੀ ਹੌਲੀ ਰੱਬ ਵਾਲੇ ਗੁਣ ਮੇਰੀ ਜ਼ਿੰਦਗੀ ਦਾ ਹਿੱਸਾ ਵੀ ਬਣ ਜਾਣ। ਮੇਰੇ ਵਿੱਚ ਵੀ ਸਿੱਖ ਸਿੱਖ ਨਹੀਂ ਸੀ, ਸਿੱਖ ਰੱਬ ਦਾ ਰੂਪ ਸੀ। ਸਿੱਖ ਸਿੱਖ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਨੂੰ ਸਿੱਖ ਨਹੀਂ ਰਹਿਣ ਤਾ। ਇਸੇ ਕਰਕੇ ਲੋਕ ਮੰਨਦੇ ਸਨ ਕਿ ਕਦੀ ਵੇਲਾ ਸੀ ਇਸ ਤਰ੍ਹਾਂ ਦਾ, ਲੋਕ ਕਹਿੰਦੇ ਸੀ ਰੱਬ ਤਾਂ ਗੁਨਾਹ ਕਰ ਸਕਦਾ ਪਰ ਸਿੱਖ ਗੁਨਾਹ ਨਹੀਂ ਕਰ ਸਕਦਾ। ਮੈਨੂੰ ਯਾਦ ਹੈ, ਮੈਂ ਅੱਜ ਤੋਂ 2-4 ਸਾਲ ਪਹਿਲਾਂ ਬੈਂਕਾਕ ਗਏ, ਉੱਥੇ ਮੈਨੂੰ ਇੱਕ ਬਜ਼ੁਰਗ ਨੇ ਗੱਲ ਸੁਣਾਈ। ਕਹਿੰਦੇ ਅਸੀਂ ਜਦੋਂ ਨਵੇਂ ਇੱਥੇ ਆਏ ਤੇ ਇਹਨਾਂ ਲੋਕਾਂ ਦੇ ਵਿੱਚ ਸਾਡੇ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ, ਨਾ ਇਹ ਸਾਨੂੰ ਬਹੁਤਾ ਜਾਣਦੇ ਸੀ, ਤੇ ਸਾਡੇ ਕੋਲ ਕੰਮ ਕਾਜ ਵੀ ਇੱਥੇ ਨਹੀਂ ਸਨ। ਤੇ ਉਹ ਬਜ਼ੁਰਗ ਕਹਿੰਦੇ ਅਸੀਂ ਪੈਸੇ ਦਿੰਦੇ ਸੀ ਲੋਕਾਂ ਨੂੰ, ਤੇ ਉਹ ਪੈਸੇ ਫਿਰ ਹੌਲੀ ਹੌਲੀ ਕਰਕੇ ਅਸੀਂ ਵੱਧ ਪੈਸੇ ਇੱਦਾਂ ਲੈਂਦੇ ਸੀ। ਸਾਡਾ ਇਸ ਤਰ੍ਹਾਂ ਦਾ ਕਾਰੋਬਾਰ ਸੀ ਇੱਥੇ। ਕਹਿੰਦਾ ਮੈਂ ਇੱਕ ਇੱਥੋਂ ਦੇ ਥਾਈ ਵੀਰ ਨੂੰ ਪੈਸੇ ਦਿੱਤੇ, ਉੱਥੋਂ ਦੇ ਰਹਿਣ ਵਾਲੇ ਨੂੰ, ਤੇ ਕਹਿੰਦਾ ਉਹਨੂੰ ਪੈਸੇ ਦੇ ਕੇ ਮੈਂ ਰੋਜ਼ ਜਾਂਦਾ ਸੀ, ਆਪਣੇ ਥੋੜ੍ਹੇ ਜਿਹੇ ਪੈਸੇ ਜਿੰਨੇ ਬਣਦੇ ਸੀ ਲੈ ਆਉਂਦਾ ਸੀ, ਤੇ ਆਪਣਾ ਹਿਸਾਬ ਕਿਤਾਬ ਰੱਖਦਾ ਸੀ, ਨੋਟ ਕਰ ਲੈਂਦਾ ਸੀ ਵੀ ਇੰਨੇ ਲੈ ਆਉਂਦੇ ਨੇ, ਇੰਨੇ ਲੈ ਆਉਂਦੇ ਨੇ। ਆਣ ਕੇ ਮੈਂ ਇਹਦਾ ਹਿਸਾਬ ਕਰ ਲੈਂਦਾ ਸੀ। ਕਹਿੰਦਾ ਜਦੋਂ ਇੱਦਾਂ ਪੈਸੇ ਦੇ ਦਿੱਤੇ, ਮੈਂ ਪੈਸੇ ਲੈਣ ਜਾਂਦਾ ਰਿਹਾ। ਇੱਕ ਦਿਨ ਆਇਆ, ਮੈਂ ਗਿਆ ਨਹੀਂ ਪੈਸੇ ਲੈਣ ਵਾਸਤੇ, ਮੇਰੇ ਪੈਸੇ ਪੂਰੇ ਹੋ ਗਏ ਸਨ, ਮੇਰੇ ਕੋਲ ਹਿਸਾਬ ਸੀ ਸਾਰਾ, ਮੈਂ ਲੈਣ ਨਹੀਂ ਗਿਆ। ਕਹਿੰਦਾ ਉਹ ਥਾਈ ਵੀਰ ਮੇਰੇ ਘਰ ਆਇਆ ਤੇ ਆਣ ਕੇ ਮੈਨੂੰ ਕਹਿੰਦਾ ਭਾਈ ਸਾਹਿਬ ਜੀ ਪੈਸੇ ਲੈਣ ਨਹੀਂ ਆਏ। ਕਹਿੰਦਾ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਪੈਸੇ ਪੂਰੇ ਹੋ ਗਏ ਨੇ, ਮੈਂ ਲੈਣ ਕੀ ਆਉਣਾ ਸੀ, ਮੈਂ ਕੱਲ ਤੱਕ ਤਾਂ ਆਇਆ ਕਿਉਂਕਿ ਪੈਸੇ ਤੁਸੀਂ ਜਿੰਨੇ ਮੇਰੇ ਬਣਦੇ ਸੀ ਉਹ ਤੁਸੀਂ ਦੇ ਦਿੱਤੇ ਨੇ। ਉਹ ਕਹਿੰਦਾ ਅੱਛਾ ਜੀ ਪੂਰੇ ਹੋ ਗਏ ਤੁਹਾਡੇ, ਮੈਂ ਤਾਂ ਸੋਚਿਆ ਵੀ ਸ਼ਾਇਦ ਉੱਦਾਂ ਕਿਤੇ ਤੁਹਾਨੂੰ ਵਕਤ ਨਹੀਂ ਮਿਲਿਆ, ਮੈਂ ਤਾਂ ਦੇਣ ਆ ਗਿਆ। ਉਹ ਕਹਿੰਦਾ ਨਹੀਂ ਜੀ ਮੇਰੇ ਪੈਸੇ ਪੂਰੇ ਹੋ ਗਏ ਸੀ। ਉਹ ਵੀਰ ਕਹਿੰਦਾ ਮੈਂ ਉਹਨੂੰ ਸਵਾਲ ਕੀਤਾ ਵੀ ਤੁਸੀਂ ਲਿਖਦੇ ਨਹੀਂ, ਕੋਈ ਨੋਟ ਨਹੀਂ ਕੀਤਾ, ਤੁਹਾਨੂੰ ਤੁਸੀਂ ਧਿਆਨ ਨਹੀਂ ਰੱਖਿਆ, ਹਿਸਾਬ ਕਿਤਾਬ ਨਹੀਂ ਰੱਖਿਆ ਕੋਈ? ਜਿਹੜੀ ਉਹ ਵੀਰ ਨੇ ਗੱਲ ਕਹੀ ਨਾ, ਥਾਈ ਵੀਰ ਨੇ, ਉਹ ਬਜ਼ੁਰਗ ਕਹਿੰਦਾ ਸੱਚੀ ਮੁੱਚੀ ਮੈਨੂੰ ਅੰਦਰ ਤੱਕ ਹਿਲਾਇਆ। ਕਹਿੰਦਾ ਤੁਹਾਡੇ ਸਿਰ ਤੇ ਬੱਜੀ ਪੱਗ ਮੈਨੂੰ ਦੱਸਦੀ ਸੀ ਇਹਨਾਂ ਨਾਲ ਹਿਸਾਬ ਕਰਨ ਦੀ ਲੋੜ ਨਹੀਂ, ਇਹ ਬਹੁਤ ਇਮਾਨਦਾਰ ਬੰਦੇ ਨੇ। ਅੱਜ ਹੈ ਇਹ ਪੱਗ, ਅੱਜ ਇਹ ਪੱਗ ਵਿਖਾ ਸਕਦੇ ਹਾਂ ਆਪਾਂ। ਉਹ ਬਜ਼ੁਰਗ ਹੀ ਕਹਿੰਦਾ ਹੁਣ ਸਾਨੂੰ ਪੱਗ ਬੰਨਣ ਤੇ ਉਹ ਵੀਰ ਉੱਥੇ ਦੱਸਦਾ, ਕਹਿੰਦਾ ਇੱਕ ਵੇਲਾ ਸੀ, ਕੋਈ ਅਸੀਂ ਸਟਰਗਲ ਨਹੀਂ ਸੀ ਕੀਤਾ, ਕੋਈ ਲੜਾਈ ਨਹੀਂ ਸੀ ਕੀਤੀ, ਨਵੇਂ ਅਸੀਂ ਇੱਥੇ ਆਏ ਸਾਂ, ਇਹਨਾਂ ਬੰਦਿਆਂ 'ਚ ਸਾਡੀ ਕੋਈ ਜਾਣ ਪਛਾਣ ਵੀ ਨਹੀਂ ਸੀ, ਪਰ ਸਾਡੀ ਪੱਗ ਬਾਰੇ ਐਂ ਸੋਚਦੇ ਸੀ। ਅੱਜ ਉਹੋ ਹੀ ਮੁਲਕ ਹੈ, ਉਹੋ ਹੀ ਥਾਈਲੈਂਡ ਹੈ, ਪਰ ਸਾਡੀ ਪੱਗ ਤੇ ਅਨੇਕਾਂ ਹੀ ਸਵਾਲ ਹੁੰਦੇ ਨੇ, ਸਾਡੀ ਪੱਗ ਬਾਰੇ ਚਰਚਾਵਾਂ ਹੁੰਦੀਆਂ ਨੇ, ਪੱਗ ਬੰਨਣ ਵਾਲੇ ਨੂੰ ਚੰਗਾ ਨਹੀਂ ਮੰਨਦੇ। ਇਹਦਾ ਅਰਥ ਇਹ ਨਹੀਂ ਵੀ ਲੋਕ ਬਦਲ ਗਏ ਨੇ, ਇਹਦਾ ਅਰਥ ਹੈ ਅਸੀਂ ਉਹ ਨਹੀਂ ਰਹੇ।
ਲੋਕ ਥੋੜ੍ਹੀ ਚੇਂਜ ਹੋਏ ਨੇ। ਮਨ ਜਦੋਂ ਗੁਰੂ ਸਾਹਿਬ ਜੀ ਨਾਲ ਜੁੜਦਾ ਆ, ਹਰੀ ਦਾ ਭੋਜਨ ਛਕ ਕੇ ਤ੍ਰਿਪਤ ਹੋਈਏ ਕਿਤੇ। ਜਿਵੇਂ ਬਾਹਰੀ ਭੋਜਨ ਛਕਦੇ ਹੋ ਨਾ, ਪੇਟ ਰੱਜ ਜਾਂਦਾ ਆ, ਤੇ ਰੱਜੇ ਹੋਏ ਬੰਦੇ ਦੇ ਸਾਹਮਣੇ ਰੋਟੀ ਰੱਖੋ, ਖਾਂਦਾ ਆ ਉਹ। ਤੁਸੀਂ ਪੇਟ ਭਰ ਲਿਆ ਹੋਵੇ ਇੱਕ ਵਾਰ, ਫਿਰ ਤੁਹਾਨੂੰ ਕੋਈ ਕੀਮਤੀ ਪਦਾਰਥ ਵੀ ਰੱਖੇ, ਹਾਂ ਕੋਈ ਲਾਲਚੀ ਹੋਵੇ ਗੱਲ ਵੱਖਰੀ ਹੈ, ਪਰ ਜਿਹੜਾ ਸੰਤੋਖੀ ਬੰਦਾ ਉਹ ਕਹਿੰਦਾ ਨਹੀਂ ਭਾਈ ਮੈਂ ਪ੍ਰਸ਼ਾਦਾ ਛਕ ਲਿਆ। ਉਹ ਕਹੇਗਾ ਨਹੀਂ ਜੀ ਇਹ ਪਦਾਰਥ ਬਹੁਤ ਵਧੀਆ ਆ, ਉਹ ਕਹੇਗਾ ਪਦਾਰਥ ਠੀਕ ਹੈ ਤੇਰਾ ਵਧੀਆ ਹੋਏਗਾ, ਪਰ ਪੇਟ ਤਾਂ ਮੇਰਾ ਹੀ ਹੈ ਨਾ, ਮੈਂ ਬਿਮਾਰ ਥੋੜ੍ਹੀ ਹੋ ਜਾਣਾ ਹੈ। ਲਾਲਚੀ ਹੋਵੇ ਉਹਦੀ ਮੈਂ ਗੱਲ ਨਹੀਂ ਕਰਦਾ, ਉਹ ਤਾਂ ਫਿਰ ਕਈ ਵਾਰ ਤੀਜੀ ਵਾਰ ਵੀ ਛਕ ਲੈਂਦੇ ਨੇ। ਇੱਦਾਂ ਹੀ ਜਦੋਂ ਤੇਰਾ ਨਾਮ ਦੇ ਰੰਗ ਵਿੱਚ ਮਨ ਰੰਗਿਆ ਜਾਏਗਾ, ਤੂੰ ਤ੍ਰਿਪਤ ਹੋ ਜਾਏਗਾ, ਤੂੰ ਰੱਜਿਆ ਹੋਏਗਾ, ਤੇਰੇ ਗਾੜੀ ਸੋਨੇ ਦੇ ਢੇਰ ਲਾ ਦੇ ਭਾਵੇਂ ਕੋਈ, ਤੂੰ ਡੁੱਲੇਗਾ ਕਿਤੇ ਨਹੀਂ ਡੁੱਲਣ ਦੇਣਗੇ ਗੁਰੂ ਸਾਹਿਬ ਤੈਨੂੰ। ਬਾਂਹ ਫੜ ਕੇ ਨਹੀਂ, ਕਿੱਡੇ ਪਿਆਰੇ ਸ਼ਬਦ ਨੇ, ਬਾਂਹ ਪਕੜ ਗੁਰ ਕੱਢਿਆ, ਐਂ ਕੱਢ ਲੈਂਦੇ ਗੁਰੂ ਸਾਹਿਬ। ਜੇ ਡੁੱਲਣ ਵੀ ਲੱਗੇਗਾ ਨਾ ਕਿਤੇ, ਗੁਰੂ ਸਾਹਿਬ ਐਂ ਬਾਂਹ ਫੜ ਕੇ ਵੀ ਨਾ ਭਾਈ ਤੇਰਾ ਰਾਹ ਨਹੀਂ, ਐਨੂੰ ਚੱਲ ਤੂੰ। ਸਾਡਾ ਗੁਰੂ ਸਮਰੱਥ ਹੀ ਤਾਂ ਆ, ਪਰ ਅਸੀਂ ਬਾਂਹ ਫੜਾ, ਅਸੀਂ ਤਾਂ ਛਡਾਉਨੇ ਆ ਬਾਹਾਂ ਗੁਰੂ ਸਾਹਿਬ ਜੀ ਤੋਂ। ਛੱਡ ਦੋ ਮਹਾਰਾਜ, ਬਾਂਹ ਨਾ ਫੜਿਓ ਸਾਡੀ। ਗੁਰੂ ਸਾਹਿਬ ਤੇ ਫੜਨਾ ਚਾਹੁੰਦੇ ਆ, ਤੂੰ ਬੱਚਿਆਂ ਵਾਂਗ ਜਿੱਦ ਕਰਦਾ ਵੀ ਅਜੇ ਨਹੀਂ ਫੜਾਉਣੀ ਬਾਂਹ, ਫੜਾ ਦਿਓ। ਫਿਰ ਕਈ ਬੰਦੇ ਤਾਂ ਭੋਗ ਤੇ ਕਹਿੰਦੇ ਹੁਣ ਸਾਡੀ ਬਾਂਹ ਫੜਾ ਦਿਓ ਅਕਾਲ ਪੁਰਖ, ਹੁਣ ਤੁਹਾਡੀ ਕੀ ਬਾਂਹ ਫੜਾ ਦਿਓ, ਹੁਣ ਤਾਂ ਜਿੱਧਰ ਜਾਣਾ ਹੈ ਚਲੇ ਗਏ, ਬਸ ਨਿਬੜਿਆ ਕੰਮ। ਹੁਣ ਤਾਂ ਸਾਡੇ ਵਰਗੇ ਵੰਡੀ ਜਾਂਦੇ ਸਰਟੀਫਿਕੇਟ, ਮਹਾਰਾਜ ਸਵਰਗਾਂ 'ਚ ਥਾਂ ਦਿਓ, ਤੇ ਗੁਰੂ ਸਾਹਿਬ ਕਹਿੰਦੇ ਹੁਣ ਇੱਥੇ ਤਾਂ ਨਰਕ ਪਾ ਕੇ ਗਿਆ, ਇੱਥੇ ਸਵਰਗਾਂ 'ਚ ਕੀ, ਸਵਰਗਾਂ 'ਚ ਪਾ ਦੂ, ਵਧੀਆ ਰਹਿਣ ਦੂ ਥਾਂ। ਇਹੋ ਜਿਹੇ ਬੰਦੇ ਲਈ ਹੈ ਸਵਰਗਾਂ 'ਚ ਥਾਂ ਕਿਤੇ। ਸੋ ਗੁਰੂ ਰਹਿਮਤ ਕਰੇ ਅਸੀਂ ਕਿਤੇ ਧਿਆਨ ਦੇਈਏ। ਤ੍ਰਿਪਤਾਨੀ ਅੱਖੀਆਂ ਕੋ ਸੰਤੋਖ ਪ੍ਰਭ ਦਰਸ਼ਨ, ਅੱਖਾਂ ਨੂੰ ਸੰਤੋਖ ਆਵੇ ਗੁਰੂ ਦੇ ਦੀਦਾਰ ਕਰਕੇ, ਅੱਖਾਂ ਰੱਜਣ ਗੁਰੂ ਦੇ ਦੀਦਾਰ ਕਰਕੇ। ਭਾਈ ਗੁਰਦਾਸ ਜੀ ਦੀ ਮੈਂ ਗੱਲ ਕਰਦਾ ਸੀ, ਆਪਣੇ ਘਰਾਂ 'ਚ ਕਿਤੇ ਲਿਆ ਕੇ ਰੱਖੋ ਭਾਈ ਗੁਰਦਾਸ ਦੀਆਂ ਸੈਂਚੀਆਂ, ਜੇ ਸਾਡੇ ਦਿਮਾਗ ਨਾ ਖੋਲ ਦੇਣ ਉਹ ਤੇ ਗੱਲ ਕਰਿਓ। ਭਾਈ ਗੁਰਦਾਸ ਜੀ ਕਹਿੰਦੇ ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਰੰਗ ਰੱਜਦੀਆਂ ਨੇ ਕਿਤੇ, ਤੇਰੇ ਵੇਖਣ ਨੇ ਤੇਰੀ ਜ਼ਿੰਦਗੀ ਬਰਬਾਦ ਕਰਕੇ ਰੱਖ। ਸਾਡੇ ਬੱਚਿਆਂ ਦੇ ਜੀਵਨ ਵਿਗੜ ਗਏ, ਅਸੀਂ ਕਹਿੰਦੇ ਐਵੇਂ ਵਿਗੜ ਗਏ, ਐਵੇਂ ਨਹੀਂ ਵਿਗੜੇ। ਤੇਰੇ ਬੱਚੇ ਦੇ ਹੱਥ ਵਿੱਚ ਫੜਿਆ ਹੋਇਆ ਮੋਬਾਈਲ ਉਹਨੂੰ ਰੋਜ਼ ਗਲਤ ਵਿਖਾਉਂਦਾ ਸੀ, ਅੱਜ ਉਹ ਆਪ ਗਲਤ ਹੋ ਗਿਆ ਹੈ। ਜ਼ਿੰਮੇਵਾਰੀ ਚੁੱਕਣੀ ਪੈਣੀ ਹੈ ਸਾਨੂੰ। ਸਤਿਗੁਰੂ ਜੀ ਰਹਿਮਤ ਕਰਨ। ਅੱਖਾਂ ਰੱਜਣ ਕਿਤੇ, ਅੱਖੀਂ ਦੇਖਣ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਭ ਨਾ ਰੱਜੀਆ ਕਰ ਭੋਗ ਬਿਲਾਸੇ। ਰੱਜ ਨਾ ਕੋਈ ਜੀਵਿਆ, ਕੋਈ ਨਹੀਂ ਰੱਜ ਕੇ ਜੀ ਸਕਿਆ ਕੂੜ ਦੇ ਪ੍ਰਵਾਸੇ ਵਿੱਚ, ਕੂੜੇ ਪ੍ਰਵਾਸੇ। ਫਿਰ ਕੀ ਕਰੀਏ, ਪੀਰ ਮੁਰੀਦਾ ਪਿਰਹੜੀ, ਮੁਰਦਿਆਂ ਵਾਂਗ ਗੁਰੂ ਕੋਲ ਆਣ ਕੇ ਆਪਣਾ ਸਾਰਾ ਕੁਝ ਛੱਡ ਕੇ ਸੱਚੀ ਰਾਹ ਰਾਸੇ, ਰਾਹ ਦੀ ਪੂੰਜੀ ਸੱਚੀ ਬਣਾ ਲਾ। ਦੁਨੀਆ ਦਾ ਕੋਈ ਬੰਦਾ ਤੈਨੂੰ ਲੁੱਟਣ ਵਾਲਾ ਨਹੀਂ ਜੰਮਿਆ, ਤੈਨੂੰ ਕੋਈ ਸਿਕਿਉਰਿਟੀ ਨਹੀਂ ਚਾਹੀਦੀ। ਇੰਨਾ ਸਮਰੱਥ ਬਣਾਇਆ ਤੈਨੂੰ ਗੁਰੂ ਸਾਹਿਬ ਜੀ ਨੇ, ਬਹੁਤ ਪਿਆਰ ਦਾ ਬੁਲਟ ਪ੍ਰੂਫ ਬਣਾਇਆ ਸੀ, ਕੋਈ ਚੀਜ਼ ਤੇਰੇ ਤੇ ਵਾਰ ਨਹੀਂ ਕਰ ਸਕਦੀ। ਪਰ ਤੂੰ ਜਦੋਂ ਖੁਦ ਵਾਰ ਕਰਾਉਣੇ ਚਾਹੁੰਦਾ ਆ, ਖੁਦ ਬਿਮਾਰੀਆਂ 'ਚ ਫਸਣਾ ਚਾਹੁੰਦਾ, ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਜੇ ਫਸਣਾ ਆਪ ਚਾਹੁੰਦਾ ਫਿਰ ਛਡਾਏਗਾ ਕੌਣ ਤੈਨੂੰ। ਸੋ ਗੁਰੂ ਸਾਹਿਬ ਜੀ ਸਾਨੂੰ ਜ਼ਿੰਦਗੀ ਜਿਉਣ ਦਾ ਵੱਲ ਸਿਖਾ ਦੇਣ। ਕਰਨਨ ਪੂਰ ਰਹਿਓ ਜਸ ਪ੍ਰੀਤਮ, ਕਰਨ ਰੱਜ ਗਏ ਨੇ ਰੱਬ ਦੇ ਰਸ ਵਿੱਚ। ਕਲਮਲ ਦੋਖ ਸਗਲ ਮਲ ਹਰਸਨ, ਕਲਮਲ ਦਾ ਅਰਥ ਹੁੰਦਾ ਪਾਪ, ਸਾਰੀ ਮੈਲ ਮੇਰੇ ਅੰਦਰੋਂ ਗੁਰੂ ਨੇ ਦੂਰ ਕਰ ਦਿੱਤੀ, ਹੁਣ ਮੇਰਾ ਮਨ ਕਦੇ ਵੀ ਮੈਲਾ ਨਹੀਂ ਹੁੰਦਾ। ਪਾਵਨ ਧਾਵਨ ਸੁਆਮੀ ਸੁਖ ਪੰਥਾ, ਪਾਵਨ ਮੀਨਿੰਗ ਪੈਰ ਧਾਉਂਦੇ, ਜਿਹੜੇ ਭੱਜਦੇ ਸਨ ਪੈਰ ਦੂਜੇ ਬੰਨੇ, ਹੁਣ ਗੁਰੂ ਦੇ ਰਾਹ ਤੇ ਤੁਰਨ ਕਰਕੇ ਸੁੱਖ ਦੇ ਪੰਧੀ ਬਣ ਗਏ ਨੇ, ਹੁਣ ਬਹੁਤ ਚੰਗੇ ਬੰਨੇ ਤੁਰਦੇ ਆ। ਅੰਗ ਸੰਗ ਕਾਇਆ ਸੰਤ ਸਰਸਨ, ਅੰਗ ਸੰਗ ਕਾਇਆਂ ਦੇ ਹੁਣ ਗੁਰੂ ਰਹਿੰਦਾ ਆ, ਬਾਕੀਆਂ ਦਾ ਰਸ ਨਹੀਂ ਰਹਿੰਦਾ। ਇਹ ਰਸ ਜੀਵਨ ਵਿੱਚ ਆ ਗਿਆ ਹੈ। ਸ਼ਰਨ ਗਹੀ ਪੂਰਣੇ ਅਬਨਾਸ਼ੀ, ਮੈਂ ਪੂਰਨ ਪਰਮਾਤਮਾ ਦੀ ਸ਼ਰਨ ਵਿੱਚ ਆ ਗਿਆ ਹਾਂ। ਸ਼ਰਨ ਵਿੱਚ ਆਉਣ ਦਾ ਅਰਥ ਹੁੰਦਾ ਕਾਨੂੰਨ ਵਿੱਚ ਆ ਜਾਣਾ, ਡਿਸਿਪਲਨ ਵਿੱਚ ਆ ਜਾਣਾ, ਮਰਿਆਦਾ ਵਿੱਚ ਆ ਜਾਣਾ। ਸ਼ਰਨਾਰਥੀ ਦਾ ਅਰਥ ਹੀ ਇਹ ਹੁੰਦਾ ਆ। ਅਬਿਨਾਸ਼ੀ ਦੀ ਸ਼ਰਨ ਆਇਆ, ਆਨ ਉਪਾਵ ਥਕਤ ਨਹੀਂ ਕਰਸਨ, ਮੈਂ ਥੱਕ ਜਾਂਦਾ ਸੀ ਝੂਠੇ ਉਪਾਅ ਕਰਕੇ, ਅੱਕ ਜਾਂਦਾ ਸੀ, ਪਰੇਸ਼ਾਨ ਹੋ ਜਾਂਦਾ ਸੀ। ਹੁਣ ਮੇਰਾ ਬਾਪੂ ਕਹਿੰਦਾ ਤੈਨੂੰ ਕੋਈ ਐਸਾ ਉਪਾਅ ਨਹੀਂ ਕਰਨ ਦਿਆਂਗਾ ਜਿਹਦੇ ਨਾਲ ਤੂੰ ਥੱਕ ਜਾਏ, ਹਾਰ ਜਾਏ, ਪਰੇਸ਼ਾਨ ਹੋ ਜਾਏ। ਮੈਂ ਤੈਨੂੰ ਉਸ ਉਪਾਅ ਦੇ ਰਾਹੀਂ ਪਾਵਾਂਗਾ ਜਿੱਥੇ ਤੂੰ ਰੱਜ ਜਾਏ, ਜਿੱਥੇ ਤ੍ਰਿਪਤ ਹੋ ਜਾਏ। ਕਰ ਗਹਿ ਲੀਏ, ਹੱਥ ਫੜ ਲਿਆ ਮੇਰਾ, ਕਰ ਗਹਿ ਲਈ, ਐਂ ਫੜ ਲਿਆ ਗੁਰੂ ਸਾਹਿਬ ਨੇ ਹੱਥ।
ਕਿੱਡੇ ਗਜਬ ਦੇ ਸ਼ਬਦ ਨੇ। ਕਰ ਗਹਿ ਲੀਏ ਨਾਨਕ ਜਨ ਆਪਣੇ, ਹੇ ਨਾਨਕ ਆਪਣੇ ਜਨਾਂ ਦੇ ਤੂੰ ਹੱਥ ਫੜ ਲੈਣਾ ਆ, ਤੇ ਹੱਥ ਫੜ ਕੇ ਅੰਧ ਘੋਰ ਸਾਗਰ ਨਹੀਂ ਮਰਸਨ, ਉਹਨਾਂ ਨੂੰ ਅੰਧ ਘੋਰ ਦੇ ਸਾਗਰ ਵਿੱਚ ਡੁੱਬ ਕੇ ਮਰਨ ਨਹੀਂ ਦਿੰਦਾ ਜੇ ਕੋਈ ਹੱਥ ਫੜਾ ਦੇ ਤੈਨੂੰ। ਆਓ ਫੜਾਈਏ ਆਪਣੇ ਆਪਣੇ ਹੱਥ ਗੁਰੂ ਸਾਹਿਬ ਜੀ ਨੂੰ, ਕਿਤੇ ਸਾਨੂੰ ਡੁੱਬਣ ਨਾ ਦੇਣ ਮਾਲਕ ਜੀ। ਹੱਥ ਫੜਾ ਕੇ ਪੌ ਸਾਗਰ ਤਰੀਏ, ਰੋਜ਼ ਰੋਜ਼ ਨਾ ਮਰੀਏ, ਮਰਨਾ ਇੱਕ ਦਿਨ ਲੈ ਕੇ ਬਹਿ ਜੂ ਸਾਨੂੰ। ਸਤਿਗੁਰੂ ਜੀ ਕਿਰਪਾ ਕਰਨ, ਸਾਡੀ ਜ਼ਿੰਦਗੀ ਦਾ ਆਧਾਰ ਬਾਣੀ ਬਣੇ। ਆਪ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਭੁੱਲਾਂ ਮੇਰੀਆਂ ਸਮਝ ਕੇ ਮਾਫ ਕਰਿਓ। ਸ਼ਬਦ ਗੁਰਦੇਵ ਪਾਤਸ਼ਾਹ ਜੀ ਤੇ ਸਮਝ ਕੇ ਹਿਰਦੇ ਚ ਵਸਾਇਓ। ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਨਛੱਤਰ ਸਿੰਘ ਜੀ ਹੁਣਾਂ ਦਾ, ਜਿਨ੍ਹਾਂ ਨੇ ਅੱਜ ਦੀ